श्री नानक पाद पंकज बंदन सिमरा अंगद दुख निकंदन अमरदास गुर हृदय त्यावा श्री गुरु रामदास गुण गावा श्री अर्जन विघ्नन के नासक हर गोबिंद शुभ सुमत प्रकाशक श्री हर राय नमो कर जोरी गुर हर कृष्ण मनाऊं बोहरी तेग बहादुर परम कृपाला दस वे गोबिंद सिंह विसाला तरो तरा तर पुन पुन सीसा बंदों वार वार जगदीसा जिसमें है अमृत ज्ञान है मानुख भगत वैराग गुरु ग्रंथ साहिब उदद बंदों करे अनुराग एक अंकार सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम श्री वाहिगुरु साहिब जी श्री हर कृष्ण सुने बच दीना फेरियो जाए ना बाक प्रवीना जयपुर नाथ कीन सुन बिनती
ਸਰਬ ਪ੍ਰਕਾਰ ਤਜੀ ਗੁਰ ਗਿਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹੋ ਕੇ ਸ਼ਾਮ ਦੇ ਸੋਹਣੇ ਦੀਵਾਨਾਂ ਦਾ ਆਪ ਜੀ ਆਨੰਦ ਮਾਣ ਰਹੇ ਹੋ ਅਤੇ ਅੰਤ ਜੀਆਂ ਦੀ ਹੋਈ ਸ਼ਾਮ ਦੇ ਸੋਹਣੇ ਦੀਵਾਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਸੀ ਰਾਜਾ ਜੈ ਸਿੰਘ ਸਵਾਈ। ਸਤਿਗੁਰਾਂ ਦੇ ਦਰਵਾਜ਼ੇ ਦੀ ਦਹਲੀਜ਼ ਤੇ ਵਾਰ-ਵਾਰ ਬੇਨਤੀਆਂ ਅਰਜ਼ਾਂ ਗੁਜ਼ਾਰਦਾ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਬੰਦ ਕਮਰੇ ਵਿੱਚੋਂ ਕੋਈ ਆਵਾਜ਼ ਨਹੀਂ ਦੇ ਰਹੇ। ਕਾਫੀ ਦੇਰ ਜਦੋਂ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ, ਪੰਜਵੀਂ ਵਾਰ ਬਾਦਸ਼ਾਹ ਨੇ ਜਦੋਂ ਤਰਲਾ ਕੀਤਾ, ਸਤਿਗੁਰ ਤਸ ਦੇ ਘਰ ਵਿੱਚ ਆਏ, ਦਰਵਾਜ਼ਾ ਖੋਲਿਆ ਪਰ ਨਹੀਂ ਬੋਲੇ। ਚੌਂਕੜਾ ਮਾਰ ਕੇ ਨੇਤਰ ਨੀਵੇਂ ਕਰਕੇ ਸਤਿਗੁਰ ਬਹਿ ਗਏ। ਬਾਦਸ਼ਾਹ ਕਾਰਨ ਜਾਣਨਾ ਚਾਹੁੰਦਾ ਹੈ, ਗੁਰੂ ਸਾਹਿਬ ਬੋਲਦੇ ਕਿਉਂ ਨਹੀਂ, ਉਦਾਸ ਕਿਉਂ ਨੇ। ਵਿਅੰਗ ਵਿੱਚ ਸਤਿਗੁਰਾਂ ਨੇ ਕਹਿ ਦਿੱਤਾ, ਭਾਈ ਦੁਨੀਆ ਦੁੱਖ ਦੇਵੇ ਤੇ ਪਰਵਾਹ ਨਹੀਂ ਹੁੰਦੀ, ਜਦੋਂ ਆਪਣਾ ਕਹਾਉਣ ਵਾਲਾ ਦੁੱਖ ਦੇਣ ਲੱਗ ਜੇ ਤੇ ਫੇਰ ਉਹ ਦੁੱਖ ਬਰਦਾਸ਼ਤ ਨਹੀਂ ਹੁੰਦਾ। ਇੰਨਾ ਕੁਝ ਸੁਣ ਕੇ ਵੀ ਬਾਦਸ਼ਾਹ ਸਤਿਗੁਰਾਂ ਦੀ ਰਮਜ ਨੂੰ ਸਮਝ ਨਾ ਸਕਿਆ। ਬਾਰ-ਬਾਰ ਬੇਨਤੀ ਕਰਦਾ, ਮਹਾਰਾਜ ਆਓ ਮੇਰੇ ਬੰਗਲੇ ਵਿੱਚ, ਮੇਰੀ ਮਹਿਲਾਂ ਵਿੱਚ ਚੱਲੋ, ਮੇਰੇ ਘਰ ਵਿੱਚ ਚਰਨ ਪਾ ਕੇ ਉਹਨੂੰ ਪਾਕ ਤੇ ਪਵਿੱਤਰ ਬਣਾ ਦਿਓ, ਆਪ ਜੀ ਦੀ ਉਦਾਸੀ ਦੂਰ ਹੋ ਜਾਏਗੀ। ਇੱਥੋਂ ਤੱਕ ਆਪ ਸਰਬਤ ਸੰਗਤਾਂ ਨੇ ਚੱਲ ਰਹੇ ਇਤਿਹਾਸ ਦਾ ਆਨੰਦ ਮਾਣਿਆ ਸੀ। ਆਓ ਕੁਝ ਸਮਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਚਿਤ ਬਣਾਈਏ, ਕੋਈ ਵੀ ਜੇਬਾ ਰਸਨਾ ਬਾਂਝੀ ਨਾ ਰਹੇ। ਲਵਾਓ ਹਾਜ਼ਰੀ, ਅਦਬ ਸਹਿਤ ਜਪੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਸ਼੍ਰੀ ਹਰਿ ਕ੍ਰਿਸ਼ਨ ਸੁਨੇ ਬਚ ਦੀਨ, ਫੇਰਿਓ ਜਾਏ ਨਾ ਬਾਕ ਪ੍ਰਵੀਨ। ਜਿਸ ਵੇਲੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਸਨਮੁਖ ਬਹਿ ਕੇ ਬਾਦਸ਼ਾਹ ਬਾਰ-ਬਾਰ ਮਿੰਨਤਾਂ ਤਰਲੇ ਕਰਦਾ ਹੈ, ਉਹੀ ਹੋਇਆ ਜੋ ਸਤਿਗੁਰ ਨਿਤ ਕਰਦੇ। ਸਹਿਜ ਸੁਭਾਅ ਗੁਰੂ ਸਾਹਿਬ ਨੂੰ ਰਾਜੇ ਤੇ ਤਰਸ ਆਇਆ। ਮਰਦ ਸੋਚਦੇ ਨੇ ਚਲੋ ਆਪਣਾ ਹੋ ਕੇ ਵੀ ਗੁਨਾਹ ਕੀਤਾ, ਚਲੋ ਬਖਸ਼ ਦਿੰਨੇ ਆ, ਕੋਈ ਗੱਲ ਨਹੀਂ। ਪਰ ਬਾਦਸ਼ਾਹ ਬਾਰ-ਬਾਰ ਦੀਨ ਹੋ ਕੇ ਨਿਮਰਤਾ ਚ ਬੇਨਤੀ ਕਰਦਾ, ਮਹਾਰਾਜ ਚੰਗਾ ਹਾਂ ਭਾਵੇਂ ਮੰਦਾ ਹਾਂ, ਆਪ ਜੀ ਦਾ ਬੱਚਾ, ਕਿਰਪਾ ਕਰਕੇ ਮੇਰੇ ਔਗੁਣਾਂ ਨੂੰ ਪਛਾਣੋ ਨਾ, ਉਹਨਾਂ ਨੂੰ ਖਿਮਾ ਕਰ ਦਿਓ। ਜੈਪੁਰ ਨਾਥ ਕੀਨ ਸੁਨ ਬਿਨਤੀ, ਸਰਬ ਪ੍ਰਕਾਰ ਤਜੀ ਗੁਰ ਗਿਨਤੀ। ਜਿਸ ਵੇਲੇ ਬਾਦਸ਼ਾਹ ਨੇ ਇਹ ਬੇਨਤੀ ਕੀਤੀ, ਸਤਿਗੁਰਾਂ ਨੇ ਸਾਰੇ ਖਿਆਲ ਛੱਡ ਦਿੱਤੇ, ਸਭ ਕੁਝ ਹੀ ਭੁਲਾਤਾ। ਕੱਲ ਤੱਕ ਸੋਚਦੇ ਸੀ ਸਾਨੂੰ ਬੁਲਾ ਕੇ ਦਿੱਲੀ, ਆਪ ਹੁਣ ਬਾਦਸ਼ਾਹ ਦੇ ਪੱਖ ਦਾ ਹੋ ਗਿਆ ਤੇ ਸਾਡੇ ਤੇ ਕਸਵੱਟੀਆਂ ਲਾਉਣ ਲੱਗੇ।
ਪਰ ਜਦੋਂ ਸਤਿਗੁਰਾਂ ਨੇ ਬਾਦਸ਼ਾਹ ਦਾ ਪ੍ਰੇਮ ਵੇਖਿਆ, ਭਾਵੇਂ ਅੱਜ ਇਹਦੇ ਪਿਆਰ ਦੇ ਵਿੱਚ ਥੋੜੀ ਜੀ ਕੜਵੜਾਹਟ ਹੈ, ਥੋੜਾ ਜਿਹਾ ਫਰਕ ਹੈ, ਕਿਉਂਕਿ ਜਿਵੇਂ ਪਿਓਰ ਦਿਲ ਪਹਿਲਾਂ ਸੀ ਬਾਦਸ਼ਾਹ ਹੁਣ ਨਹੀਂ, ਮਾੜੇ ਲੋਕਾਂ ਦਾ ਸੰਗ ਕਰਕੇ ਮਨ ਤੇ ਇਫੈਕਟ ਪੈ ਗਿਆ ਹੈ, ਬਿਰਤੀ ਵਿੱਚ ਫਰਕ ਪਿਆ ਹੋਇਆ ਹੈ। ਪਰ ਫੇਰ ਵੀ ਗੁਰਾਂ ਨੇ ਤਰਸ ਕੀਤਾ, ਹੋਏ ਤਿਆਰ ਚੱਲਨ ਕੋਹ ਸਾਥ, ਭਰਿਓ ਹਰਖ ਹੇਰਤ ਨਰਨਾਥ। ਰਹਿਮ ਦੀ ਨਜ਼ਰ ਨਾਲ ਸਤਿਗੁਰਾਂ ਨੇ ਰਾਜੇ ਨੂੰ ਤੱਕਿਆ, ਹੱਸ ਪਏ, ਕਹਿੰਦੇ ਰਾਜੇ ਕਿੱਥੇ ਲੈ ਕੇ ਜਾਣਾ ਹੈ? ਕਹਿੰਦਾ ਮਰਜ ਆਪਣੇ ਮਹਿਲਾਂ ਚ। ਮਰਜ ਕਹਿੰਦੇ ਚੱਲ ਫਿਰ ਅਸੀਂ ਆਏ। ਆਖੋ ਸਤਨਾਮ। ਬਾਦਸ਼ਾਹ ਨੂੰ ਖੁਸ਼ੀ ਚੜ ਗਈ। ਜਿਹੜੇ ਸਤਿਗੁਰ ਉਦਾਸ ਸੀ, ਦਰਵਾਜ਼ਾ ਲਾ ਕੇ ਕੁੰਡੀ ਲਾ ਕੇ ਅੰਦਰ ਛੁਪੇ ਹੋਏ ਸੀ, ਸ਼ੁਕਰ ਹੈ ਮਨਾ ਮੰਨ ਤੇ ਗਏ। ਬੜੇ ਚਾਅ ਦੇ ਨਾਲ ਬਾਦਸ਼ਾਹ ਨੇ ਮੱਥਾ ਟੇਕਿਆ, ਉਸ ਬੰਦ ਕਮਰੇ ਤੋਂ ਬਾਹਰ ਆਇਆ ਤੇ ਗੁਰੂ ਸਾਹਿਬ ਵੀ ਬਾਹਰ ਆ ਗਏ। ਸਤਿਗੁਰ ਜੀ ਬੜੇ ਸਹਿਜ ਵਿੱਚ ਦੇ, ਬਹੁਤੀ ਰਫਤਾਰ ਨਹੀਂ, ਬਹੁਤੇ ਚਾਅ ਮਲਾਰ ਖੁਸ਼ੀ ਵਿੱਚ ਨਹੀਂ। ਭਾਵੇਂ ਕਿ ਬਾਦਸ਼ਾਹ ਨਾਲ ਤੁਰੇ ਨੇ ਪਰ ਅੰਦਰੋਂ ਅੱਜ ਬਹੁਤੇ ਸੰਤੁਸ਼ਟ ਨਹੀਂ। ਬੜੀ ਪ੍ਰਕਾਰ ਦੀ ਦੋਸਤੀ ਹੁੰਦੀ। ਇੱਕ ਸਾਡੇ ਉਹ ਮਿੱਤਰ ਹੁੰਦੇ ਜਿਨ੍ਹਾਂ ਨਾਲ ਅਸੀਂ ਘੁੰਮ ਕੇ ਬੜੇ ਖੁਸ਼ ਹੁੰਦੇ ਆ, ਚਾਅ ਚੜਿਆ ਹੁੰਦਾ। ਇੱਕ ਐਸੇ ਵੀ ਨੇ ਦਿਲ ਜਿਨ੍ਹਾਂ ਨਾਲ ਮਿਲਿਆ ਨਹੀਂ ਹੋਇਆ, ਕਦੇ ਮਿਲਿਆ ਹੁੰਦਾ ਸੀ ਪਰ ਵਕਤ ਐਸਾ ਆ ਗਿਆ ਅੱਜ ਦਿਲ ਦੀ ਗੱਲ ਸ਼ੇਅਰ ਕਰਨ ਨੂੰ ਦਿਲ ਹੀ ਨਹੀਂ ਕਰਦਾ, ਡਰਦਾ ਮਨ। ਪਰ ਹਰ ਮਜਬੂਰੀ ਹੁੰਦੀ ਉਹਨਾਂ ਦੇ ਨਾਲ ਤੁਰਨਾ, ਉਹਨਾਂ ਦੇ ਨਾਲ ਜਾਣਾ, ਪਰ ਮਨ ਖੁਸ਼ ਨਹੀਂ ਹੁੰਦਾ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਅੰਦਰੋਂ ਖੁਸ਼ ਨਹੀਂ ਸੀ ਪਰ ਬਾਦਸ਼ਾਹ ਨਾਲ ਪ੍ਰੇਮ ਸੀ। ਉੱਠ ਕੇ ਸਤਿਗੁਰ ਜੀ ਸਭਾ ਵਾਲੇ ਥਾਂ ਤੇ ਆ ਗਏ। ਵਹਿਰ ਆਏ ਬੈਠੇ ਗੁਰਖਾਨੀ, ਦਾਸਨ ਤੇ ਮੰਗਵਾਏ ਬਪਾਨੀ। ਜਦੋਂ ਆ ਕੇ ਸਤਿਗੁਰ ਸਿੰਘਾਸਣ ਤੇ ਬੈਠੇ, ਸੰਗਤਾਂ ਦੀ ਭੀੜ ਹੋ ਗਈ। ਪੁੱਛਦੇ ਮਹਾਰਾਜ ਐਸੀ ਕੀ ਨਾਰਾਜ਼ਗੀ ਸਾਡੇ ਨਾਲ ਹੋ ਗਈ? ਸਵੇਰ ਦੇ ਦਰਸ਼ਨ ਨਹੀਂ ਸੀ ਹੁੰਦੇ। ਗੁਰਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕਹਿੰਦੇ ਭਾਈ ਪਾਣੀ ਲੈ ਆਓ। ਜਲ ਮੰਗਾਇਆ। ਉਸੇ ਵੇਲੇ ਸੇਵਾਦਾਰ ਜੱਗ ਭਰ ਕੇ ਪਾਣੀ ਦਾ ਸਤਿਗੁਰਾਂ ਦੇ ਪਾਸ ਆਣ ਖੜਾ ਹੋਇਆ। ਹਰ ਅਰ ਚਰਨ ਪਖਾਰਨ ਕਰੇ, ਬਦਨ ਪਖਾਰਿਓ ਅੰਜੁਲ ਭਰੇ। ਭਾਵੇਂ ਕਿ ਸੰਗਤ ਦੀ ਭੀੜ ਉਸੇ ਤਰ੍ਹਾਂ ਬੈਠੀ ਹੈ, ਸਤਿਗੁਰਾਂ ਨੇ ਜਲ ਪਾਇਆ, ਮੁਖ ਧੋਤਾ, ਹੱਥ ਧੋਤੇ, ਚਰਨ ਧੋ ਲਏ ਨੇ, ਤੌਲੀਆ ਲੈ ਕੇ ਟਾਵਲ ਲੈ ਕੇ ਮੁਖ ਸਾਫ਼ ਕੀਤਾ। ਕਹਿੰਦੇ ਸਿੱਖੋ ਦੱਸੋ ਦਸਤਾਰ ਕਿਵੇਂ ਆ? ਸਾਡੀ ਉਮਰ ਛੋਟੀ ਹੈ ਨਾ, ਬੜੇ ਪਿਆਰੇ ਬੋਲ ਨੇ। 5.5-6 ਸਾਲ ਦੀ ਉਮਰ ਹੈ। ਸਿੱਖ ਕਹਿੰਦੇ ਮਰਦ ਦਸਤਾਰ ਬੜੀ ਸੋਹਣੀ ਹੈ। ਮਰਦ ਕਹਿੰਦੇ ਅਜੇ ਇੱਥੇ ਸਜਾਉਣੀ ਹੈ। ਰਾਜਨ ਬੰਨ ਲਈਏ। ਰਾਜਾ ਬੜਾ ਖੁਸ਼ ਹੋਇਆ ਵੀ ਮੇਰੇ ਮਹਿਲਾਂ 'ਚ ਸਤਿਗੁਰ ਚੱਲੇ ਨੇ, ਤਿਆਰੀ ਕਰ ਰਹੇ ਨੇ। ਪਰ ਅੱਜ ਸਤਿਗੁਰਾਂ ਨੇ ਕੋਈ ਵਿਸ਼ੇਸ਼ ਤੌਰ ਤੇ ਬਹੁਤੇ ਸੋਹਣੇ ਕੱਪੜੇ ਨਹੀਂ ਪਾਏ। ਕਿਉਂ? ਕਿਉਂਕਿ ਜਿਹੜੇ ਬੁਲਾ ਰਹੇ ਨੇ ਉਹ ਦਿਲੋਂ ਪ੍ਰੇਮ ਕਰਕੇ ਨਹੀਂ ਬੁਲਾ ਰਹੇ, ਉਹ ਤੇ ਕਪਟ ਨਾਲ ਬੁਲਾ ਰਹੇ ਨੇ। ਆਪਣਾ ਸੱਜਣ ਪਰਖਣ ਹੈ, ਕੱਚਾ ਇੱਕ ਪੱਕਾ, ਸੱਚਾ ਇੱਕ ਅਧੂਰਾ ਹੈ। ਇਸ ਕਰਕੇ ਗੁਰੂ ਜੀ ਸਿੱਖ ਸੰਗਤਾਂ ਦੇ ਵਿੱਚ ਬੈਠੇ ਹੋਏ ਦਸਤਾਰ ਸਜਾਉਣ ਲੱਗ ਪਏ। ਸਾਥ ਰੁਮਾਲ ਪਹੁੰਚ ਬੋਗੀਨ, ਸਿਰ ਚੀਰਾ ਬੰਦਿਓ ਦੁੱਧ ਪੀਨ। ਕਹਿੰਦੇ ਬਿਨਾਂ ਸ਼ੀਸ਼ੇ ਤੋਂ ਸਤਿਗੁਰਾਂ ਨੇ ਸਿਰ ਤੇ ਚੀਰਾ ਬੰਨਿਆ। ਫਾਰਸੀ ਦੇ ਵਿੱਚ ਚੀਰਾ ਕਹਿੰਦੇ ਨੇ ਪੱਗ ਨੂੰ, ਦਸਤਾਰ ਨੂੰ। ਸੋਹਣੀ ਦਸਤਾਰ ਬੰਨ ਕੇ ਕਲਗੀ ਲਾ ਕੇ ਜਗ੍ਹਾ ਸਤਿਗੁਰਾਂ ਨੇ ਲਾ ਲਈ। ਸਿੱਖਾਂ ਨੂੰ ਪੁੱਛਦੇ, ਕਹਿੰਦੇ ਸੋਹਣੀ ਹੈ ਭਾਈ? ਕਹਿੰਦੇ ਮਹਾਰਾਜ ਬੜੀ ਖੂਬਸੂਰਤ ਹੈ। ਪੱਗ ਤੇ ਹਮੇਸ਼ਾ ਸ਼ਾਨ ਹੁੰਦੀ, ਸਿਰ ਦਾ ਤਾਜ ਹੁੰਦਾ ਹੈ। ਜਿਹਦੇ ਸਿਰ ਤੇ ਪੱਗ ਬੰਨੀ ਹੋਵੇ ਜਮਾਨਾ ਸਲਾਮਾਂ ਕਰਦਾ ਹੈ। ਗੁਰੂ ਸਾਹਿਬ ਨੇ ਸੋਹਣਾ ਚੀਰਾ ਸੀਸ ਤੇ ਸਜਾਇਆ। ਬਸ ਜਿਹੋ ਦੇ ਵਸਤਰ ਪਾਏ ਨੇ ਉਹਨਾਂ ਵਿੱਚ ਤਿਆਰ ਹਨ। ਉੱਪਰ ਸੁੰਦਰ ਜਿਗਾ ਸੁਧਾਰੀ, ਕੰਚਨ ਮੈਂ ਹੀਰਨ ਮੁੱਲ ਭਾਰੀ। ਹੁਣ ਸਤਿਗੁਰਾਂ ਦੀ ਕਲਗੀ ਦੇ ਵਿੱਚ ਹੀਰੇ ਤੇ ਮੋਤੀ ਜੜੇ ਹੋਏ ਸੀ, ਜੋ ਸਮੇਂ ਦੀ ਹਕੂਮਤ ਔਰੰਗਜ਼ੇਬ ਦੇ ਖਜ਼ਾਨੇ ਵਿੱਚ ਵੀ ਨਹੀਂ ਸੀ। ਇੰਨੀ ਕੀਮਤੀ ਸਤਿਗੁਰਾਂ ਦੀ ਕਲਗੀ ਸੀ। ਰਾਜਾ ਜੈ ਸਿੰਘ ਸਵਾਈ ਨੇ ਉਸੇ ਵੇਲੇ ਆਪਣੇ ਇੱਕ ਸਾਥੀ ਨੂੰ ਭੇਜਿਆ, ਦੂਤ ਨੂੰ, ਕਹਿੰਦਾ ਮਹਿਲਾਂ 'ਚ ਖਬਰ ਕਰ ਦਿਓ ਰਾਣੀਆਂ ਨੂੰ, ਤਿਆਰ ਹੋ ਕੇ ਬਹਿ ਜਾਣ, ਗੁਰੂ ਸਾਹਿਬ ਆ ਰਹੇ ਨੇ। ਸ਼੍ਰੀ ਗੁਰ ਕੇ ਸਿਰ ਪਰ ਸ਼ੁਭ ਸਾਜੇ, ਪਰ ਸਰੂਪ ਤੋ ਰਤਨ ਬਿਰਾਜੇ। ਭਾਵੇਂ ਕਿ ਬਾਦਸ਼ਾਹ ਦੇ ਮਨ ਦੇ ਵਿੱਚ ਅਜੇ ਵੀ ਥੋੜਾ ਜਿਹਾ ਪਾਪ ਹੈ, ਅਜੇ ਵੀ ਥੋੜਾ ਜਿਹਾ। ਉਹ ਕੀ ਹੈ? ਕਿਉਂਕਿ ਵਹਿਮ ਦਾ ਇਲਾਜ ਨਾ ਕਦੇ ਹੋਇਆ ਨਾ ਕਦੇ ਹੋਣਾ। ਚੰਗਾ ਭਲਾ ਬੰਦਾ ਜ਼ਿੰਦਗੀ ਜੀ ਰਿਹਾ ਹੋਵੇ, ਕੋਈ ਆ ਕੇ ਵਹਿਮ ਪਾ ਦੇ ਤੈਨੂੰ ਇਹ ਰੋਗ ਹੋ ਜਾਣਾ ਹੈ,
ਬਿਮਾਰੀ ਹੋਵੇ ਨਾ ਹੋਵੇ, ਪਰ ਜੇ ਵਹਿਮ ਹੋ ਗਿਆ ਤੇ ਇਲਾਜ ਕੋਈ ਨਹੀਂ। ਆਖੋ ਸਤਨਾਮ। ਬਿਮਾਰੀ ਹੋਵੇ ਤੇ ਇਲਾਜ ਹੋ ਜੇ, ਪਰ ਜੇ ਵਹਿਮ ਦੀ ਬਿਮਾਰੀ ਹੋ ਗਈ, ਜੇ ਮੈਨੂੰ ਤੇ ਆ ਦੁੱਖ ਲੱਗਿਆ, ਉਹ ਦੁੱਖ ਟੁੱਟਣਾ ਹੀ ਨਹੀਂ ਕਿਤੇ ਤੋਂ। ਹੁਣ ਔਰੰਗਜ਼ੇਬ ਬਾਦਸ਼ਾਹ ਨੇ ਰਾਜਾ ਜੈ ਸਿੰਘ ਸਵਾਈ ਦੇ ਮਨ 'ਚ ਪਿਆਰ ਬੜਾ ਸੀ, ਇੱਕ ਵਹਿਮ ਪਾਤਾ ਵੀ ਕਿਤੇ ਰਾਮ ਰਾਏ ਦੀ ਗੱਲ ਸੱਚੀ ਨਾ ਹੋਵੇ, ਗੁਰੂ ਸਾਹਿਬ ਪੂਰੇ ਵੀ ਨੇ ਜਾਂ ਅਧੂਰੇ। ਇੱਕ ਵਾਰ ਪਰਖ ਕੇ ਤਾਂ ਵੇਖ ਲੈ, ਅਤ ਸੋਖਮ ਅੰਬਰ ਕੋ ਜਾਮਾ, ਗੋਟਾ ਲਗਿਓ ਦੁਕੂਲ ਬਿਰਾਮਾ। ਇਹ ਸਤਿਗੁਰਾਂ ਨੇ ਹੱਥ ਵਿੱਚ ਸੋਨੇ ਦੀ ਛੜੀ ਲੈ ਲਈ, ਜਿਹੜਾ ਚੋਲਾ ਗੁਰੂ ਸਾਹਿਬ ਨੇ ਪਾਇਆ ਨਾ, ਇਹਨੂੰ ਗੋਟੇ ਲੱਗੇ ਹੋਏ, ਬੜਾ ਸੂਖਸ਼ਮ, ਬੜਾ ਬਰੀਕ ਸਫੇਦ ਰੰਗ ਦੇ ਵਿੱਚ। ਅੱਜ ਕੋਈ ਵਿਸ਼ੇਸ਼ ਤੌਰ ਤੇ ਜਾ ਕੇ ਤਿਆਰੀ ਨਹੀਂ ਕੀਤੀ, ਕੋਈ ਸੋਹਣੇ ਕੱਪੜੇ ਪਾ ਕੇ ਨਹੀਂ ਆਏ, ਕਿਉਂਕਿ ਮੇਰੇ ਸਤਿਗੁਰ ਰਾਜਿਆਂ ਦੇ ਰਾਜੇ, ਤੁਮ ਹੋ ਸਭ ਰਾਜਨ ਕੇ ਰਾਜਾ। ਇਹ ਤੇ ਐਸੇ ਸਤਿਗੁਰ ਨੇ ਰਾਜਿਆਂ ਦੇ ਰਾਜੇ, ਗਰੀਬਾਂ ਦੇ ਗਰੀਬ, ਪਿਆਰਿਆਂ ਦੇ ਪਿਆਰੇ। ਜੇ ਕੋਈ ਕਹੇ ਦਾਤਾ ਮੈਂ ਦੁਖੀ ਆ, ਕਹਿੰਦੇ ਆ ਜਾ ਭਾਈ ਮੈਂ ਵੀ ਤੇਰੇ ਨਾਲ ਨਹੀਂ ਆ। ਇੰਨਾ ਪ੍ਰੇਮ ਕਰਨ ਵਾਲਾ, ਦੁਖੀਆਂ ਨੂੰ ਗਲ ਲਾਉਣ ਵਾਲੇ ਨੇ। ਐਸੇ ਸਤਿਗੁਰਾਂ ਨੇ ਜਦੋਂ ਤਿਆਰੀ ਕੀਤੀ, ਸੰਗਤਾਂ ਨੂੰ ਬੜਾ ਚਾਅ ਹੋ ਗਿਆ। ਮਰਦ ਕਹਿੰਦੇ ਭਾਈ ਸਾਡੇ ਨਾਲ ਗਿਣਤੀ ਦੇ ਸਿੱਖ ਚੱਲਿਓ, ਗਿਣਤੀ ਦੇ, ਬਹੁਤਿਆਂ ਦੀ ਲੋੜ ਨਹੀਂ, ਕਿਉਂਕਿ ਅੱਜ ਬਾਦਸ਼ਾਹ ਵੀ ਬਹੁਤਿਆਂ ਨੂੰ ਲੈ ਕੇ ਨਹੀਂ ਆਇਆ। ਅੱਜ ਨਾ ਤੇ ਸ਼ਾਨ ਦੀ ਗੱਲ ਹੈ, ਨਾ ਠਾਠ ਦੀ ਗੱਲ ਹੈ, ਨਾ ਦਿਖਾਵੇ ਦੀ ਗੱਲ ਹੈ। ਅੱਜ ਤੇ ਬਾਦਸ਼ਾਹ ਪਰਖਣਾ ਚਾਹੁੰਦਾ ਹੈ, ਜਿਸ ਗੁਰੂ ਨੂੰ ਮੈਂ ਗੁਰੂ ਮੰਨਦਾ, ਕਿ ਉਸ ਗੁਰੂ ਦੇ ਵਿੱਚ ਕਲਾ ਹੈ, ਕਿ ਉਹ ਸਤਿਗੁਰ ਪੂਰੇ ਨੇ। ਇਸੇ ਕਰਕੇ ਮਰਦ ਨੇ ਕਿਹਾ ਬਹੁਤੇ ਸਿੱਖਾਂ ਦੇ ਨਾਲ ਨਹੀਂ ਜਾਣਾ, 5-7 ਨਾਲ ਚੱਲਿਓ। ਨਹੀਂ ਪਾਇਨ ਪਾਏ ਭਲੇਰੀ, ਸੁੰਦਰ ਸਜਤ ਸਜ਼ਰੀ ਕਨੇਰੀ। ਇਹਦੇ ਸੋਹਣਾ ਜੋੜਾ ਪੰਜਾਬੀ ਤਿੱਲੇ ਜਾਰ ਜੁੱਤੀ ਸਤਿਗੁਰਾਂ ਨੇ ਚਰਨਾਂ ਵਿੱਚ ਪਾਈ, ਤੇ ਬੜੇ ਮਿੱਠੇ ਜਿਹੇ ਬੋਲਦੇ ਕਹਿੰਦੇ ਰਾਜਾ ਚੱਲੀਏ। ਰਾਜਾ ਕਹਿੰਦਾ ਮਰਦ ਮੌਜ ਆਪ ਜੀ ਦੀ, ਚਲੋ ਤੁਸੀਂ, ਮੈਂ ਤੁਹਾਡੇ ਨਾਲ ਆ। ਸਤਿਗੁਰ ਕਹਿੰਦੇ ਨਹੀਂ ਰਾਜਨ, ਤੁਸੀਂ ਵੱਡੇ ਹੋ, ਤੁਸੀਂ ਅੱਗੇ ਚੱਲੋ। ਪਰ ਰਾਜਾ ਅਜੇ ਵੀ ਸੋਚਦਾ ਸ਼ਾਇਦ ਗੁਰੂ ਸਾਹਿਬ ਨੂੰ ਸਾਡੇ ਬਾਰੇ ਪਤਾ ਹੀ ਨਹੀਂ। ਆਖੋ ਸਤਨਾਮ। ਅਸੀਂ ਤੇ ਮਰਦ ਨੂੰ ਪਰਖਣ ਨੂੰ ਫਿਰਦੇ ਆ, ਤੇ ਮਰਦ ਬਚਪਨ ਵਿੱਚ ਘੁੰਮ ਰਹੇ। ਬਚਪਨਾ ਜ਼ਿੰਦਗੀ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ। ਵੈਸੇ ਤੇ ਬਚਪਨ ਇੱਕ ਵਾਰ ਆ ਕੇ ਚਲਿਆ ਜਾਏ, ਨਾ ਬਚਪਨ ਆਏ ਨਾ ਜਵਾਨੀ ਆਏ, ਬਸ ਬੁਢਾਪਾ ਹੀ ਆਉਂਦਾ ਜੋ ਛੁਪਾਇਆ ਛੁਪਦਾ ਨਹੀਂ। ਪਰ ਬੜੇ ਲੋਕ ਜ਼ਿੰਦਗੀ ਵਿੱਚ ਐਸੇ ਮਿਲ ਜਾਣਗੇ ਵੱਡੇ ਹੋ ਕੇ ਵੀ ਬਚਪਨਾ ਆਪਣਾ ਜਾਰੀ ਰੱਖਦੇ, ਨਹੀਂ ਛੱਡਦੇ। ਭਾਵੇਂ ਸਤਿਗੁਰ ਦੀ ਉਮਰ ਵਿੱਚ ਛੋਟੇ ਨੇ, ਬਚਪਨਾ ਹੈ, ਪਰ ਅੰਦਰੋਂ ਬੜੇ ਸਿਆਣੇ। ਸਾਰੀ ਸਭਾ ਵਿੱਚ ਸੰਗਤਾਂ ਨੂੰ ਕਹਿਣ ਲੱਗੇ ਸਿੱਖੋ ਤੁਸੀਂ ਉਡੀਕ ਕਰਿਓ, ਅਸੀਂ ਛੇਤੀ ਆਵਾਂਗੇ। ਹਾਥ ਗਹੀ ਫੂਲਨ ਕੀ ਛਰੀ, ਬਹੁਤ ਮੋਲ ਕੀ ਸ਼ੋਭਤ ਖਰੀ। ਹੁਣ ਸਤਿਗੁਰਾਂ ਦੇ ਕੋਲ ਹੱਥ ਦੇ ਵਿੱਚ ਇੱਕ ਸਟਿਕ ਸੀ, ਛੋਟੀ ਸੀ, ਜਿਹੜੀ ਸੀ ਸੋਨੇ ਵਾਲੀ ਹੈ, ਉਹੀ ਸੋਟੀ ਹੈ। ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਤੇ ਛੱਜੂ ਝੋੜ ਦੇ ਸਿਰ ਤੇ ਰੱਖੀ ਤੇ ਗੀਤਾ ਦੇ ਅਰਥ ਕਰਨ ਲੱਗੇ। ਅੱਜ ਮਰਦ ਕਹਿੰਦੇ ਸਿੱਖੋ ਭਾਈ ਸਾਡੀ ਇਹ ਸੋਟੀ ਤੇ ਫੁੱਲ ਬੰਨ ਦਿਓ। ਰਾਜਾ ਸੋਚੇ, ਕਹਿੰਦਾ ਬੱਚੇ ਤੇ ਫਿਰ ਬਚਪਨ ਦੀਆਂ ਹੀ ਗੱਲਾਂ। ਆਖੋ ਸਤਨਾਮ। ਮਰਦ ਵੀ ਫਿਰ ਮਾਇਆ ਦਾ ਜਾਲ ਪਾਉਂਦੇ। ਕਹਿੰਦੇ ਫੁੱਲਾਂ ਦੀ ਮਾਲਾ ਬਣਾ ਕੇ ਸੋਟੀ ਦੇ ਆਸੇ ਪਾਸੇ ਲਪੇਟ ਲਈ, ਹੱਥ ਵਿੱਚ ਸੋਟੀ ਫੜੀ, ਬੜੇ ਪਿਆਰ ਨਾਲ ਘਮਾਉਂਦੇ ਨੇ। ਭਏ ਤਿਆਰ ਚੱਲ ਬੇਕਹੁ ਸਾਥ, ਦੇਖਤ ਹਰਖਿਓ ਜੈਪੁਰ ਨਾਥ। ਕਹਿੰਦੇ ਜੈਪੁਰ ਦਾ ਰਾਜਾ ਜੈ ਸਿੰਘ ਸਵਾਈ ਬੜਾ ਖੁਸ਼ ਹੋਇਆ। ਮਰਦ ਕਹਿੰਦੇ ਤੂੰ ਅੱਗੇ ਚੱਲ। ਕਹਿੰਦਾ ਮਰਦ ਮੈਂ ਅੱਗੇ ਨਹੀਂ ਜਾ ਸਕਦਾ। ਰਾਜਾ ਹੌਲੀ ਹੌਲੀ ਅੱਗੇ ਤੁਰੇ, ਸਤਿਗੁਰੂ ਦੇ ਕਦਮਾਂ ਤੇ ਕਦਮ ਰੱਖਦੇ ਜਾਂਦੇ ਆ, ਹਸਾਉਂਦੇ ਜਾਂਦੇ ਸਾਰੇ। ਫਿਰ ਜਾਂਦੇ ਜਾਂਦੇ ਗੁਰੂ ਸਾਹਿਬ ਨੇ ਇੱਕ ਹੱਥ ਨਾਲ ਬਾਦਸ਼ਾਹ ਦੀ ਉਂਗਲ ਫੜ ਲਈ, ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਲੱਗਦਾ ਮੈਨੂੰ ਗੁਰੂ ਸਾਹਿਬ ਨੇ ਮਾਫ ਕਰਤਾ। ਮੇਰੇ ਗੁਨਾਹ ਦਾ ਹੋ ਸਕਦਾ ਗੁਰੂ ਸਾਹਿਬ ਨੂੰ ਪਤਾ ਹੀ ਨਾ ਹੋਵੇ। ਜੇ ਮਰਦ ਕਮਰੇ 'ਚ ਨਾਰਾਜ਼ ਹੋ ਕੇ ਬੈਠੇ, ਕਿਸੇ ਸਿੱਖ ਤੋਂ ਨਾਰਾਜ਼ ਹੋਣੇ, ਬਾਤੀ ਨਾ ਮਾਇਆ ਦੀ। ਸਤਿਗੁਰਾਂ ਦੀ ਬੁੱਧੀ ਤੇ ਅਕਲ ਤੇ ਪਰਦੇ ਵਾਲੀ ਗੱਲ। ਕਹਿੰਦੇ ਇਹੋ ਜਿਹਾ ਪਰਦਾ ਬਾਦਸ਼ਾਹ ਦੀ ਮੱਤ ਤੇ ਪਿਆ। ਉਹ ਸੋਚੇ ਵੀ ਮਰਦ ਮੇਰੇ ਨਾਲ ਨਾਰਾਜ਼ ਨਹੀਂ ਸੀ, ਮੇਰੇ ਨਾਲ ਨਾਰਾਜ਼ ਤਾਂ ਹੁੰਦੇ ਜੇ ਕਰਾਮਾਤ ਹੁੰਦੀ। ਆਖੋ ਸਤਨਾਮ। ਜੇ ਅੰਤਰਜਾਮੀ ਹੁੰਦੇ ਮੇਰੇ ਨਾਲ ਕਾਹਨੂੰ ਤੁਰਦੇ। ਮੈਂ ਤੇ ਐਡਾ ਵੱਡਾ ਛਲ ਕਪਟ ਗੁਰੂ ਸਾਹਿਬ ਨੂੰ ਪਰਖਣ ਦਾ ਕਰੀ ਬੈਠਾ ਮਹਿਲਾਂ ਦੇ ਵਿੱਚ। ਮਰਦ ਨੇ ਕਹਿੰਦੇ ਐਸੀ ਲੀਲਾ ਵਰਤਾਈ, ਐਸੀ ਰਾਸ ਕੀਤੀ, ਬਾਦਸ਼ਾਹ ਸਮਝ ਕੇ ਵੀ ਕੁਝ ਸਮਝ ਨਾ ਸਕਿਆ। ਸਭ ਸੇਵਕ ਤਹਿ ਵਰਜਨ ਕਰੇ, ਸਾਥ ਨਾ ਚਲੋ ਰਹੋ ਇਤ ਥਿਰੇ। ਜਦੋਂ ਸਤਿਗੁਰ ਜੀ ਦਰਵਾਜ਼ੇ ਤੋਂ ਬਾਹਰ ਨਿਕਲੇ, ਬਾਗ ਵਿੱਚ ਆਏ, ਬਾਦਸ਼ਾਹ ਦੇ ਵਜ਼ੀਰ ਨਾਲ ਤੁਰਨ ਲੱਗੇ। ਗੁਰੂ ਸਾਹਿਬ ਕਹਿੰਦੇ ਰਾਜਨ
गल तेरी ते मेरी है, इन्हां तों आपां की लैना। आखो सतनाम। रोक इन्हां नूं इत्थे। कहंदा सतबचन जी राजा जय सिंह सवाई कोई छोटा मोटा राजा नहीं सी, बहुत बड़ा बादशाह सी। अत हिंदुस्तान उत्ते मालिक सी, यह मलकीयत सी। भी औरंगजेब तो बाद बस सभा दे विच इसे दी चर्चा हुंदी सी, इसे दा नाम चलदा सी। राजा जय सिंह सवाई मर्ज नाल तुरिया जांदा है, अंदरों बड़ा खुश है। कहंदा अज पता लगना मेरा गुरु पूरा है कि अधूरा है। गुरु साहब सब कुछ जानते ने, भी अजे भी तुरिया जांदा है पर मन दा पाप नहीं जांदा। आप गरीब निवाज सिधारे, दिस मूरत पर कब बलिहारे। कवि जी कहते मैं बलिहार कुर्बान जावा सतगुरां तो। छोटी उम्र दे पातशाह संगत दे विच सिखां दे विच हसदे खेडदे टहलदे जांदे ने, ते बादशाह भी सतगुरां दा बचपन वेख के भरम खा गया। आखो सतनाम। क्यों भरम खादा? जदों बंदा अपनी मत ते बुद्ध नूं कमजोर कर लियो, हर थां ते खता खा जांदा है, ते फिर वो अपने आप नूं पारखू भी समझदा है भी मैं बड़ा सियाणा। अक्सर धोखे जिंदगी चो खांदे जिहड़े कहंदे असीं सियाणे बहुत हां। गलतियां किन्हां तो जो अपने आप नूं बहुत चंगे कहंदे ने भी असीं ते जिंदगी च गुनाह करदे नहीं, ज्यादा गलतियां ते गुनाह हुंदे उन्हां दे ने। ते बादशाह ने अपने आप ते सियाणप कीती, मर्द मेरे बुलाए तो आए, मैनूं प्रेम करदे ने, पर मर्द मेरे प्रेम दे विच इन्ने भिजे होए ने मैनूं परख नहीं सके। पर ये नहीं जानदा जो तू सोची बैठा सतगुरां दे नावां विच ओ ते तेरा पाज रखदे ने। दोहरा होए तैयार श्री सतगुरु, निकसे डेरा चोर, संग नरिंद आनंद युत, चल अंत है पुर और। कहंदे जिस वेले बादशाह दे महलां दे दरवाजे विच पहुंचे सतगुर 2 मिनट खड़े रहे। बादशाह नंगे पैर, मर्ज क्यों रुकदे आउंदे? सतगुर जानते ने जिन्हां ने कपट कमाउणा चज नाल बहते जाण। आखो सतनाम। कोई आप उलझे फिरदे ने भी सवेर दे गुरु साहब आए नहीं, असीं की करिए? कपट की सी? नौकरानियां दे राणियां वाले कपड़े ने, राणियां दे पटरानियां वाले, ते पटरानी पखारन बनाई बिठाई है। ड्रामा करना है, कम से कम सेटिंग तो होवे ना। गुरु साहब बड़ी देर खड़े रहे। राजा कहते चलिए जी, मर्ज कहते चलो भाई। फिर भी आराम दे नाल टहलदे टहलदे सतगुर दी महलां च आए। महलां विच आके उस हिस्से विच पहुंचे जिन्हों कहा जांदा अंतःपुर, राणियां दा रणवास, जिथे बादशाह आप अपनियां राणियां दे महलां च रहिंदा है। सतगुर जी उस पासे हौली हौली चलदे ने। चौपई सादर बोलत सतगुर साथ, नगन पैर गमनत नरनाथ। गुरु साहब जी दे चरनां विच जोड़ा पाया ते राजा नंगे पैर। शरधा ते बड़ी सी दी है भी कर्मां वाला सी। बस ये कह लो चंगे राह ते चलदियां चलदियां किसी ने अड़िक्का पाता। वो कौन सी? समय दी हुकूमत। वो आप दे गुरु साहब दे दर्शन कर नहीं सकते सी, सोचते सी इनू भी तोड़ दीए। माड़े बंदे दी इको कोशिश हुंदी है ना भी जे मैं चंगा काम नहीं कर सकदा ते मैं चंगा किसी नूं करन भी नहीं देना। राजा जय सिंह सवाई तो राम राय डरदा सी, क्योंकि जय सिंह सवाई बादशाह दी औरंगजेब नाल इक्को गल सी, ते राम राय चाहुंदा सी जे गुरु साहब नालों इह टुट जे ते मेरा काम बन जे, गद्दी मैनूं मिल जे, मेरा भरा जलील होवे। गुरु साहब चलदे चलदे राजे नाल डूंघीआं गल्लां करदे, कहंदे राजन साधुआं नूं कदे नहीं परखीदा हुंदा। रब दा प्यारा बंदगी वाला कोई होवे कदे अजमा के वेखो ना। सिंगापुर जब हो चल आए, हेरत उठे लोक समाए। जदों सतगुर जी राणियां वाले गृह च प्रवेश होए, उत्थे जिन्नियां सेवादारनियां सी हाथ जोड़ खड़ियां, क्योंकि दासियां ही बहुत सी। अज बादशाह ने इन्नी भीड़ कीती हुई है, 200-300 औरत इकट्ठी हुई है। इन्नियां च परख लेना कोई छोटी मोटी गल थोड़ा है। चंगा ही जाल बनाया होया सी भी गुरु इन्ना भरम जान भी गुरु नूं इह ना पता लगे राणी कौन ते महाराणी कौन है। काम ते प्रॉपर कीता पूरा, भलेखा पाऊ योजना बनाई हुई है। पर गुरु हरकृष्ण पातशाह जी दे चेहरे ते एक बार भी कोई सहब नहीं वेखिया गया, ना कोई पसीना है। सब कुछ जानते ने फिर भी मुस्कुराउंदे हन। राजे को सब मुजरो करे, गुर के चरण कमल सिर धरै। तुरे जा रहे ने राणियां ते रणवास वाले पासे, क्योंकि महल हुंदे बहुत वड्डे ने।
सलामां हुंदियां जांदियां, मत्थे टेकदे जा रहे ने। जदों कोई नमस्कार करिया करे महाराज हस के बादशाह कनी वेख लिया कर। तो कहंदा महाराज तुहानूं हो रही है। महाराज कहंदे नहीं भाई तू बादशाह तैनूं सलाम। उलझा रहे ने क्योंकि वो बादशाह रब नूं उलझाउण दी कोशिश करदा ते रब ओहदी ताणी उलझाई जांदा है। सतगुर भी हस के कह दिंदे ने राजन इन्हां नमस्कारां दा की है, नमस्कार कोई करे ते दिल तो करे। आखो सतनाम। गल पता किथे कही है? जे बादशाह समझे भी प्यार करो ते दिलों करो, वरना किसी ना दिखावा ना करो। भी है राजन तू साडे नाल तुरिया जांदा है, कहना है गुरु साहब नाल मेरा प्यार बड़ा है, पर तेरा प्यार ते धोखे वाला है। ਇਹੋ जी यारी का की करना जिहड़ी किसी यार दी सज्जण दी मौत का कारण बन जाए। वो यारी हुंदी है, ਉਹਦੇ ਨਾਲੋਂ ਤੇ ਦੁਸ਼ਮਣ ਚੰਗਾ। ਪਤਾ ਤੇ ਹੁੰਦਾ ਹੈ ਵੀ ਫਲਾਣੇ ਵੇਲੇ ਹਿੱਕ 'ਚ ਗੋਲੀ ਮਾਰੂ, ਮਿੱਤਰ ਦਾ ਕੀ ਪਤਾ ਕਦੋਂ ਆਪਣਾ ਬਣਾ ਕੇ ਮਾਰੂ। ਆਖੋ ਸਤਨਾਮ। ਮਰਦ ਕਹਿੰਦੇ ਨਮਸਕਾਰ ਹੋਵੇ ਦਿਲੋਂ, ਬਾਹਰੋਂ ਮੱਥੇ ਟੇਕਣ ਦਾ ਕੋਈ ਲਾਭ ਨਹੀਂ ਹੁੰਦਾ। ਬੰਦਤ ਚੌਂ ਦਿਸ਼ ਤੇ ਪ੍ਰਵਿਸ਼ਾਈ, ਅੰਤਰ ਗਏ ਸਤਨ ਸੁਧਰਾਏ। ਕਹਿੰਦੇ ਜਿਸ ਵੇਲੇ ਸਤਿਗੁਰ ਜੀ ਰਾਣੀਆਂ ਦੇ ਮਹਿਲ ਵਿੱਚ ਪਹਿਲਾ ਚਰਨ ਪਾਉਣ ਲੱਗੇ, सतगुरां ने खड़ के बनावट वेखी, बड़े फुल लाए, बड़ियां सजावटां कीतियां, पर ये सजावटां फोकियां लग रही सी, दिखावा लगदियां सी। क्योंकि प्यार कदे दिखावियां विच नहीं हुंदा, प्रेम ते हिरदे तो हुंदा है। घर आए मेहमान दा सत्कार करो, उही प्यार हुंदा है। लफ्जां दे नाल इन्ने प्यार विच बुणदे हो, तुहानूं हर कोई याद रखे। घर आए नूं खाण पीण वास्ते बहुत कुछ रखदे हो, जदों अगला के चंगा जी चली ओदी उठ जो चंगा फिर जी, ये कोई प्यार थोड़ी है। ये तो यह है भी तू कदों इत्थों गलों लथेगा। आखो सतनाम। इहो जिहा सत्कार ते साडा हुंदा है। प्रेम ते वो है पता अंदरों कहे दी अज रुक जो, थोड़ा समा होर बह जो, ये प्रेम की गल। पर साडा ते दिखावा हुंदा ड्राइंग रूम च बैठे उत्थों ही बाहर कर देना भी अंदर ना जमे। इत्थे तां की है ना, गुरु साहब आसा पासा वेखदे कहंदे राजन बड़ा खर्चा कीता है। राजे ने नीचे मुंह कर लिया। आखो सतनाम। क्योंकि सतगुर जी गल गल ते टोक रहे ने, जलील कर रहे ने। कोई गुरु साहब नूं जलील करना है, समझ रहे हो ना गल? ਉਹਦੇ ਤੇ ਕਸਰ ਕੋਈ ਨਹੀਂ ਛੱਡੀ। ਜੇ ਪਤਾ ਲੱਗਦਾ ਮਰਦ ਕਰਾਮਾਤ ਨਾਲ ਵਿਖਾਉਂਦੇ ਕੋਈ ਹੋਰ ਹੁੰਦਾ ਤੇ ਜਾਲ ਵਿੱਚ ਕਦੋਂ ਦਾ ਫਸਿਆ ਹੁੰਦਾ ਤੇ ਕਦੋਂ ਦੀ ਬਦਨਾਮੀ ਹੋਈ ਹੁੰਦੀ। ਕਿਤੇ ਸਨ ਸਤਗੁਰ ਸਮਰੱਥ। ਮਰਦ ਕਹਿੰਦੇ ਰਾਜਨ ਅੱਗੇ ਵੀ ਤੇ ਮਹਿਲਾਂ ਚਾਹੁੰਦੇ ਸੀ, ਅੱਜ ਇੰਨਾ ਕੁਝ ਕਿਉਂ ਲਾਇਆ? ਕਹਿੰਦਾ ਬਸ ਮਹਾਰਾਜ ਰਾਣੀਆਂ ਕਹਿੰਦੀਆਂ ਸੀ ਸਤਗੁਰ ਦੀ ਆਉਣਗੇ, ਦਿਲ ਉਹਨਾਂ ਦਾ ਲੱਗ ਜਾਏਗਾ। ਦੇਖਿਓ ਚੌਕ ਚੌਕੌਨ ਸੋ ਚਾਰੂ, ਚਾਰੋਂ ਦਿਸ਼ੀ ਘਰ ਬਨੇ ਉਦਾਰੂ। ਹੁਣ ਇਸ ਵੱਡੇ ਮਹਿਲ ਹਾਲ ਦੇ ਵਿੱਚ ਰਾਣੀਆਂ ਰਾਣੀਆਂ ਪਟਰਾਣੀਆਂ ਨੌਕਰਾਣੀਆਂ ਸਾਰੀਆਂ ਇਕੱਠੀਆਂ ਕੀਤੀਆਂ, ਇੱਕ ਤੋਂ ਇੱਕ ਚੜ੍ਹਦੀ, ਸੋਹਣੇ ਤੋਂ ਸੋਹਣੇ ਕੱਪੜੇ। ਪਰ ਵੇਖੋ ਵੀਰੇ ਸਤਿਗੁਰਾਂ ਦੀ ਤਰਫ ਉਮਰ ਭਾਵੇਂ ਛੋਟੀ ਹੈ, ਤਹਿਲੀਦ ਵਿੱਚ ਚਰਨ ਰੱਖ ਲਿਓ, ਕਿਸੇ ਰਾਣੀ ਵੱਲ ਵੇਖਿਆ ਹੀ ਨਹੀਂ। ਸਜਾਵਟਾਂ ਵੇਖ ਕੇ ਇਗਨੋਰ ਕਰਦੇ ਸਾਰਿਆਂ ਨੂੰ। ਆਖੋ ਸਤਨਾਮ। ਵੀ ਸਾਨੂੰ ਤੇ ਪਤਾ ਹੀ ਨਹੀਂ ਇੱਥੇ ਕੌਣ ਬੈਠੇ, ਅਣਜਾਣ ਬਣ ਗਏ। ਸਿਆਣੇ ਪੁਰਸ਼ ਸਭ ਕੁਝ ਜਾਣਦੇ ਹੁੰਦੇ ਨੇ, ਉਹ ਜਾਣ ਬੁੱਝ ਕੇ ਅਣਜਾਣ ਬਣ ਕੇ ਦੂਜੇ ਨੂੰ ਵੇਖਦੀ ਕਿੱਥੇ ਕੁ ਤੱਕ ਜਾਏਗਾ, ਇਹਦੀ ਸੋਚ ਕਿੱਥੇ ਤੱਕ ਹੈ, ਇਹ ਕੀ ਕੁਝ ਕਰ ਸਕਦਾ ਏ। 19 ਪਾਨਨ ਅਰ ਆਰੂੜੇ, ਮੰਦ ਮੰਦ ਸ਼੍ਰੀ ਗੁਰ ਗੁਣ ਗੂੜੇ। ਹੁਣ ਰਾਣੀਆਂ ਤੇ ਸਾਰੀਆਂ ਹੇਠਾਂ ਬੈਠੀਆਂ। ਹੁਣ ਉਸ ਹਾਲ ਵਿੱਚ ਇੱਕ ਪੌੜੀ ਚੜ੍ਹਦੀ ਸੀ, ਪੌੜੀ ਸੀ ਅੰਦਰ ਦੀ ਅੰਦਰ ਚੁਬਾਰਾ ਬਣਿਆ ਹੋਇਆ। ਗੁਰੂ ਸਾਹਿਬ ਉਸ ਪੌੜੀ ਤੇ ਚੜ੍ਹ ਗਏ ਤੇ ਰਾਣੀਆਂ ਵੇਖਣ ਹੱਸਣ, ਕਹਿੰਦੇ ਬੱਚਿਆਂ ਨੂੰ ਖੇਡਾ ਬਿਨਾ ਹੋਰ ਕੀ ਹੁੰਦਾ। ਆਖੋ ਸਤਨਾਮ। ਭਰਮਾ ਰਹੇ ਨੇ। ਰਾਜਾ ਵੀ ਸੋਚਦਾ ਸੀ, ਕਹਿੰਦਾ ਮਰਦ ਬੱਚੇ ਨੇ, ਔਰੰਗਜ਼ੇਬ ਨੇ ਕਹਿਤਾ ਨਾ ਗੱਲ ਦਿਮਾਗ 'ਚ ਪੈ ਗਈ, ਭੁੱਲ ਚੁੱਕਿਆ ਹੈ ਪਰਮੇਸ਼ਰ ਨੇ, ਪਰਮਾਤਮਾ ਨੇ। ਬਸ ਜੇ ਉਹਨੇ ਵਹਿਮ ਖਾਧਾ ਤੇ ਮਰਦ ਨੇ ਵਹਿਮ ਵਧਾਤਾ, ਭੱਜ ਕੇ ਸਤਿਗੁਰ ਪੌੜੀ ਚੜ੍ਹ ਗਏ। ਆਸਾ ਪਾਸਾ ਵੇਖਦੇ ਨੇ, ਕਿਤੇ ਕੁਛ ਟੰਗਿਆ, ਕਿਤੇ ਫੁੱਲ ਲਾਏ, ਕਿਤੇ ਗੁਲਦਸਤੇ ਲੱਗੇ ਨੇ, ਕਿਤੇ ਲਾਈਟਾਂ ਜਗਾਈਆਂ ਉਹ ਸਮੇਂ ਦੀਆਂ। ਮਰਦ ਕਦੀ ਇੱਧਰ ਵੇਖ ਲੈਂਦੇ, ਕਦੀ ਉੱਧਰ ਵੇਖਦੇ। ਰਾਜੇ ਦੀਆਂ ਰਾਣੀਆਂ ਸੋਚਦੀਆਂ ਕਿ ਜੇ ਸਾਡਾ ਰਾਜਾ ਪਤਾ ਨਹੀਂ ਕਿਹੜੇ ਗੁਰੂ ਪਿੱਛੇ ਲੱਗੇ ਹੈ, ਉਹ ਇਹ ਗੁਰੂ ਤੇ ਬੱਚਾ ਹੈ, ਇਹ ਤੇ ਖਡਾਉਣੀ ਵੇਖਦਾ ਕਿੱਥੇ ਕੀ ਪਿਆ। ਆਖੋ ਸਤਨਾਮ। ਐਡੀ ਕਲਾ ਸਤਿਗੁਰਾਂ ਨੇ ਮਾਇਆ ਦੀ ਵਰਤਾਤੀ, ਕਿਸੇ ਨੂੰ ਸਮਝ ਨਾ ਆਈ। ਮੂਲ ਛਰੀ ਕੋ ਚਪਲ ਕਰਤੇ, ਕਬ ਹੈ ਪਰਮਾਏ ਉਤੰਗ ਉਠੰਤੇ। ਆਸਾ ਪਾਸਾ ਘੁੰਮ ਕੇ ਹੱਥ 'ਚ ਛੜੀ ਸਤਿਗੁਰਾਂ ਨੇ ਸੋਟੀ ਫੁੱਲਾਂ ਵਾਲੀ ਫੜੀ, ਘਮਾਉਂਦੇ ਫਿਰਦੇ ਨੇ। ਘਮਾਉਂਦੇ ਘਮਾਉਂਦੇ ਪੌੜੀ ਤੋਂ ਫੇਰ ਉੱਤਰ ਆਏ।
ਕਦੇ ਕਿਸੇ ਵੱਲ ਵੇਖ ਕੇ ਹੱਸ ਪੈਂਦੇ, ਕਦੇ ਚੁੱਪ ਕਰ ਜਾਂਦੇ, ਕਦੇ ਸੋਟੀ ਘਮਾਉਂਦੇ ਨੇ। ਉੱਥੇ ਰਾਣੀਆਂ ਦੀ ਗੱਲਾਂ ਕਰਨ, ਕਹਿੰਦੇ ਰਾਜਾ ਕਹਿੰਦਾ ਸੀ ਗੁਰੂ ਸਾਹਿਬ ਪਰਖਣਗੇ, ਉਹ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਆ ਕਿੱਥੇ ਗਏ। ਆਖੋ ਸਤਿਨਾਮ। ਉਹ ਸਾਰਿਆਂ ਨੂੰ ਵਹਿਮ ਪੈ ਗਿਆ, ਭੁਲੇਖਾ ਪਤਾ ਨਾ, ਕੋਈ ਸਮਝ ਹੀ ਨਹੀਂ ਸਕਿਆ ਗੁਰੂ ਕਰਨ। ਗੱਲ ਤੇ ਇਹੀ ਹੈ, ਰੱਬ ਨੂੰ ਜਿੰਨਾ ਕੋਈ ਚਲਾਕੀ ਨਾਲ ਸਮਝਣ ਦੀ ਗੱਲ ਕਰੇਗਾ ਉਹਨਾਂ ਗੁੱਝਾ ਤੇ ਗਹਿਰਾ ਹੋ ਜਾਏਗਾ। ਕੋਈ ਪ੍ਰੇਮ ਨਾਲ ਆਵਾਜ਼ ਮਾਰੇ ਉਹ ਸਾਹਮਣੇ ਪਹਿਰਾ ਦੇ ਕੇ ਆ ਜਾਂਦਾ, ਮੈਂ ਕੋਲ ਖੜਿਆ ਤੇ ਕਹਿੰਦੇ ਅੱਜ ਉਹ ਰੱਬ ਨਹੀਂ ਪਰਖਿਆ ਜਾਣਾ। ਸਤਿਗੁਰ ਦੀ ਹੇਠਾਂ ਆ ਕੇ ਬੋਲਦੇ ਨਹੀਂ ਕਿਸੇ ਨਾਲ, ਬਸ 25-30 ਮਿੰਟ ਲੰਘ ਗਏ, ਕਦੇ ਸੱਜੇ ਪਾਸੇ ਮਹਿਲ ਦੇ ਕਦੇ ਖੱਬੇ ਪਾਸੇ, ਚੁੱਪਚਾਪ ਫਿਰਦੇ ਨੇ। ਮੰਦਿਰ ਸੁੰਦਰ ਅੰਦਰ ਗਏ, ਚਿੱਤਰ ਪਚਿੱਤਰ ਜਹਾਂ ਬੋ ਕੀਏ। ਹੁਣ ਬਾਦਸ਼ਾਹ ਦੇ ਮਹਿਲਾਂ ਵਿੱਚ ਕੰਧਾਂ ਤੇ ਦੀਵਾਰਾਂ ਤੇ ਚਿੱਤਰ ਬਣਾਏ ਹੋਏ ਸੀ, ਮੀਨਾਕਾਰੀ। ਸਤਿਗੁਰ ਸੋਟੀ ਲੈ ਕੇ ਚਿੱਤਰ ਨੂੰ ਵੇਖੀ ਜਾਂਦੇ, ਹੇਠਾਂ ਕਰ ਲਈ, ਕਹਿੰਦੇ ਇਹ ਨਹੀਂ ਵਧੀਆ, ਇਹ ਚੰਗਾ ਹੈ। ਇੱਕ ਦੋ ਸਿੱਖ ਵਰਗ ਦੇ ਨਾਲ ਨੇ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਇਸ਼ਾਰਾ ਕਰਤਾ, ਕਹਿੰਦੇ ਗੁਪਤ ਰਹਿਣਾ, ਕਿਸੇ ਨੇ ਭੇਦ ਨਹੀਂ ਦੇਣਾ। ਉਪਬਨ ਲਿਖਿਓ ਫੂਲ ਫਲ ਨਾਨਾ, ਕੇ ਹਰ ਕਰੀ ਕੁਰੰਗ ਮਹਾਨਾ। ਕਹਿੰਦੇ ਹੁਣ ਸਤਿਗੁਰ ਜੀ ਜਿੱਥੇ ਖੜੇ ਨੇ ਥੋੜੀ ਦੂਰ ਅੱਗੇ ਗਏ, ਇੱਕ ਸ਼ੀਸ਼ਾ ਲੱਗਿਆ ਬਹੁਤ ਵੱਡਾ, ਸ਼ੀਸ਼ੇ ਤੋਂ ਪਾਰ ਬਾਗ ਦਿਸਦਾ ਮਹਿਲਾਂ ਦੇ ਵਿੱਚੋਂ। ਉੱਥੇ ਖੜੇ ਸਤਿਗੁਰ ਕਰੀ ਜਾਂਦੇ, ਕਹਿੰਦੇ ਵੇਖੋ ਕਿੰਨੇ ਸੋਹਣੇ ਫਲ ਲੱਗੇ, ਕਿੰਨੇ ਸੋਹਣੇ ਫੁੱਲ ਲੱਗੇ। ਬਾਦਸ਼ਾਹ ਤੇ ਮੌਜਾਂ ਘਰ ਦਾ ਹੀ ਬਾਗ ਹੈ। ਬਾਦਸ਼ਾਹ ਬੜਾ ਖੁਸ਼ ਹੋਇਆ, ਵੀ ਬੜੀ ਤਾਰੀਫ ਕਰਦੇ ਸਤਿਗੁਰ। ਕਹਿੰਦਾ ਮਰਦ ਨੂੰ ਨਹੀਂ ਪਤਾ ਵੀ ਅਸੀਂ ਪਰਖਣ ਆਏ ਆ, ਪਰ ਉਧਰ ਬੈਠੀਆਂ ਰਾਣੀਆਂ ਨੂੰ ਗੁੱਸਾ ਆਇਆ ਪਿਆ, ਨੌਕਰਾਣੀਆਂ ਨੂੰ ਗੁੱਸਾ ਆ ਗਿਆ ਵੀ ਸਵੇਰ ਦੇ ਘੱਗਰੇ ਪਾਈ ਬੈਠੇ, ਕੋਈ ਪੁੱਛਦਾ ਨਹੀਂ, ਨਾ ਖਾਣਾ ਨਾ ਪੀਣਾ। ਆਖੋ ਸਤਿਨਾਮ। ਇੰਨੀ ਗਰਮੀ, ਖੱਜਲ ਖਵਾਰ ਹੋ ਗਏ। ਅੱਧਿਆਂ ਨੂੰ ਤੇ ਗੁੱਸਾ ਆਇਆ ਵੀ ਕਦੋਂ ਉੱਠ ਕੇ ਜਾਈਏ, ਕਿਹੋ ਜਿਹੇ ਗੁਰੂ ਨੂੰ ਲੈ ਆਏ ਜਿਹੜੇ ਗੱਲ ਹੀ ਨਹੀਂ ਕਰਦੇ। ਸੰਘਾਸਣ ਵਿੱਚ ਕਾਰ ਲੱਗਿਆ ਤੇ ਮਰਦ ਸੰਘਾਸਣ ਵਾਲੇ ਪਾਸੇ ਨਹੀਂ ਜਾਂਦੇ। ਹੁਣ ਜੇ ਤੁਸੀਂ ਰੱਬ ਨੂੰ ਪਰਖਣ ਤੇ ਆਏ ਹੋ ਤੇ ਫਿਰ ਰੱਬ ਵੀ ਚੂੜੀ ਟੈਟ ਕਰਦਾ ਨਾ, ਉਹ ਵੀ ਤੇ ਵੇਖਦਾ ਨਾ ਵੀ ਕਿਹੜਾ ਕਿਹੜਾ ਕਿੱਥੇ ਤੇ ਕਿੰਨੀ ਸ਼ਰਧਾ ਵਾਲਾ ਹੈ। ਪਰ ਜਿਹੜੀ ਸੀ ਪਟਰਾਣੀ, ਉਹਨੇ ਪਹਿਲਾਂ ਹੀ ਕਿਹਾ ਸੀ ਰਾਜਨ ਰੱਬ ਨੂੰ ਨਾ ਪਰਖੀ, ਬੰਦਿਆਂ ਨੂੰ ਅਜਮਾ ਲਈ ਲੱਖ ਵਾਰੀ, ਜੇ ਰੱਬ ਅਜਮਾਏਗਾ ਤੇ ਦੁੱਖ ਪਾਏਗਾ। ਆਖੋ ਸਤਨਾਮ। ਨਹੀਂ ਪਤੀ ਉਹਦੀ। ਬਾਦਸ਼ਾਹ ਦੇ ਪੱਖ ਵਿੱਚ ਰਾਣੀਆਂ ਜ਼ਿਆਦਾ ਸਨ, ਇਸ ਕਰਕੇ ਸਾਰੇ ਉੱਧਰ ਰਲੇ ਹੋਏ ਸੀ। ਕਹਿੰਦੇ ਅੱਜ ਰਾਜਾ ਜੈ ਸਿੰਘ ਸਵਾਈ ਇੱਕ ਪਾਸੇ ਬੈਠਾ, ਰਾਣੀ ਨੂੰ ਆ ਕੇ ਕਹਿੰਦਾ ਵੇਖੀ ਚੱਲ, ਗੁਰੂ ਸਾਹਿਬ ਦੀ ਉਮਰ ਛੋਟੀ ਹੈ, ਆ ਖਿਡੌਣੇ ਰੱਖੇ ਨੇ, ਮਰਦ ਖੇਡ ਰਹੇ ਨੇ, ਸਾਨੂੰ ਤੇ ਇੰਨੀ ਖੁਸ਼ੀ ਆ ਵੀ ਸਾਡੇ ਘਰ ਜਾ ਕੇ ਖੇਡਣ ਤੇ ਲੱਗੇ ਹੋਏ। ਕਹਿੰਦੇ ਮਰਦ ਨੇ ਅੱਜ ਖੇਡਾਂ ਕੀਤੀਆਂ, ਬਾਲ ਲੀਲਾ ਵਰਤਾ ਦਿੱਤੀ। ਹੀਰ ਕਬੂਤਰ ਕੋਕਿਲ ਕੇ ਕੀ, ਮ੍ਰਿਗ ਖਗ ਸੁੰਦਰ ਵਰਨ ਅਨੇਕੀ। ਥੋੜੀ ਦੇਰ ਹੋਰ ਲੰਘੀ ਹੈ, ਬਾਗ ਵਾਲੀ ਵਿੰਡੋ ਤੋਂ ਸਤਿਗੁਰ ਅੱਗੇ ਹੋਏ, ਦੀਵਾਰ ਉੱਤੇ ਕਿਤੇ ਹਿਰਨ ਛਾਪਿਆ, ਕਿਤੇ ਕਬੂਤਰ, ਕਿਤੇ ਚੜੀਆਂ, ਕਿਤੇ ਕੋਈ ਪੰਛੀ। ਸਤਿਗੁਰ ਦੀ ਕੱਲੇ ਕੱਲੇ ਪੰਛੀ ਦਾ ਨਾਂ ਲਈ ਜਾਂਦੇ। ਕਹਿੰਦੇ ਸਿੱਖੋ ਰਾਜੇ ਨੇ ਤੇ ਘਰ 'ਚ ਚਿੜੀਆ ਘਰ ਬਣਾਇਆ। ਆਖੋ ਸਤਨਾਮ। ਗੱਲਾਂ ਸਤਿਗੁਰਾਂ ਦੀ ਇੰਨੇ ਪਿਆਰ ਵਾਲੀਆਂ, ਕਹਿੰਦੇ ਰਾਜਾ ਹੱਸ ਪਿਆ ਕਰੇ, ਰਾਣੀਆਂ ਵੀ ਹੱਸੀ ਜਾਣ। ਪਰ ਪਟਰਾਣੀ ਉਦਾਸ ਬੈਠੀ ਬੜੀ ਦੂਰ, ਇਹੋ ਕੀ ਰਿਹਾ, ਉਹਨੂੰ ਕੁਝ ਸਮਝ ਨਹੀਂ ਆਉਂਦਾ। ਆਤਿਕ ਉਤੰਗ ਸ਼ਿਖਰ ਜਿੰਦ ਕੇਰੇ, ਚਾਮੀ ਕਰ ਕੇ ਕਲਸ ਵਡੇਰੇ। ਥੋੜੀ ਦੂਰ ਜਾ ਕੇ ਸਤਿਗੁਰ ਜੀ ਹੇਠਾਂ ਬਹਿ ਗਏ। ਰਾਜਾ ਭੱਜ ਕੇ ਆਇਆ, ਕਹਿੰਦਾ ਮਰਜ ਸੰਘਾਸਣ ਲੱਗਿਆ। ਸਤਿਗੁਰ ਕਹਿੰਦੇ ਫਕੀਰਾਂ ਨੇ ਕੀ ਲੈਣਾ ਸੰਘਾਸਣ ਤੋਂ, ਰਾਜਨ ਸੰਘਾਸਣ ਤੇ ਤੇਰੇ ਵਰਗੇ ਰਾਜੇ ਸ਼ੋਭਾ ਦਿੰਦੇ। ਆਖੋ ਸਤਨਾਮ। ਇੰਨੀ ਗੱਲ ਵਿਅੰਗ ਨਾਲ ਮਰਦ ਨੇ ਕਹਿਤੀ ਵੀ ਤੂੰ ਸਿੱਖ ਨਹੀਂ, ਸਿੱਖ ਜ਼ਰੂਰ ਬਣਿਆ ਪਰ ਤੇਰੇ ਅੰਦਰੋਂ ਅਜੇ ਹਉਮੈ ਨਹੀਂ ਗਈ ਵੀ ਜੀ ਮੈਂ ਰਾਜਾ। ਕੱਲ ਕਹਿੰਦਾ ਸੀ ਨਾ ਦਰਵਾਜ਼ੇ ਤੇ ਮਰਦ, ਮੈਂ ਜੈਪੁਰ ਦਾ ਰਾਜਾ ਜੈ ਸਿੰਘ ਸਵਾਈ ਤੁਹਾਡਾ ਸੇਵਕ, ਮੇਰੇ ਤੇ ਕਿਰਪਾ ਕਰੋ। ਸਤਿਗੁਰ ਦੀ ਅੰਦਰ ਦੀ ਹਉਮੈ ਕੱਟਣੀ ਚਾਹੁੰਦੇ ਨੇ। ਹਉਮੈ ਬੰਦੇ ਦੀ ਉਦੋਂ ਕੱਟੀ ਜਾਂਦੀ ਜਦੋਂ ਠੋਕਰ ਵੱਜਦੀ ਹੈ, ਠੋਕਰ ਬਿਨਾ ਮਤ ਨਹੀਂ ਆਉਂਦੀ। ਮਨ ਹੋ ਸਰਦ ਰਿਤ ਕੇ ਘਨ ਸੋ ਹੈ, ਬੇਸਤ ਵਰਨ ਹਿਰਨ ਮਨ ਮੋਹੈ। ਹੁਣ ਸਤਿਗੁਰਾਂ ਦੇ ਕੋਲ ਪੰਜੋਖਰਾ ਸਾਹਿਬ ਦੇ ਰਹਿਣ ਵਾਲੇ ਭਾਈ ਗੁਰਬਖਸ਼ ਮਸੰਦ ਉਹਦੇ ਜਾਣਦੇ ਸੀ ਵੀ ਰੱਬ ਨੇ, ਇਹ ਪ੍ਰਮਾਤਮਾ ਨੇ, ਇਹਨਾਂ ਨੂੰ ਕੋਈ ਉਲਝਾਉਣਾ ਚਾਹੇ ਇਹ ਨਹੀਂ ਉਲਝਦੇ। ਜਿਹਨੂੰ ਇਹਨਾਂ ਨੇ ਉਲਝਾ ਲਿਆ 7 ਜਨਮ ਲੈ ਕੇ ਵੀ ਕੁਝ ਸਮਝ ਨਹੀਂ ਸਕਦਾ। ਆਖੋ ਸਤਨਾਮ। ਕਹਿੰਦੇ ਐਸੀ ਮਾਇਆ ਦਾ ਪਰਦਾ ਸਤਿਗੁਰਾਂ ਨੇ ਪਾ ਦਿੱਤਾ, ਕੋਈ ਚਾਹ ਕੇ ਵੀ ਭੁੱਲ ਗਏ ਸਾਰੇ ਵੀ ਗੁਰੂ ਸਾਹਿਬ ਆਏ। ਰਾਣੀਆਂ ਖੜੀਆਂ ਨੇ ਸਤਿਕਾਰ ਵਿੱਚ, ਬੈਠਣਗੀਆਂ ਉਦੋਂ ਜਦੋਂ ਮਰਜ ਸੰਘਾਸਣ ਤੇ ਬੈਠਣਗੇ, ਪਰ ਮਰਜ ਬਹਿੰਦੇ ਹੀ ਨਹੀਂ।
कदे सज्जे पासे कदे खब्बे पासे, 1.5 घंटा हो गया। राणियां पटराणियां नौकराणियां पैरा भार खड़ियां, ना ते बह सकदियां ना सतगुर बैठण नूं कहंदे। बस गुरु भी कसपट्टी लाउंदे ने। अधिक बिलंद सदन एक माही, तनियो चंदोवा बहुत दजाही। फिर सतगुर जी आके पुछदे ने कोले राजे ते, कहंदे राजन एडा चंदोवा क्यों लाया है, एडा बड़ा तेरा दरबार है। कहंदा महाराज जी चंदोवा तुहाडा जी, मेरा नहीं। सतगुर कहंदे साडा संघासण है। कहंदे हां जी। महाराज कहंदे नाले कही जाना राजा मैं आखो सतनाम। राजा जय सिंह सवाई फिर हस पिया करे भी गुरु साहब अजे नहीं समझे मैं की करना चाहूंगा, ये उपर दी गल्लां करी जाते। कहंदा महाराज जिन्ना क बादशाह मैं सब तुहाडी किरपा नाल, बस रहमत रखियो। जरीदार झालर लरकंदी, रेशम की डोरे जिस अंती। सारा हॉल सतगुरां ने घुमिया, चल के संघासण कोल आ गए। कहंदे बादशाह वाह बई साडे वास्ते बड़ा सोहना संघासण लाया, तब के देख दे गद्दा। बचपन दी लीला विखा रहे, कदे मेरे सतगुर इन्ने नहीं खेडे, एडी कला नहीं सी वरताउंदे। अज पहली बार सब वेख के हैरान, गुरु हरकृष्ण पातशाह कर की रहे ने। उपर वल वेख के कहंदे बड़ा सोहना चंदोआ साहिब लाया, साडे लिए लाया है। राजा कहंदा हां महाराज। सतगुर कहंदे फिर ते आनंद ही है, ये ते फिर बंगला साडा ही होया। आखो सतनाम। इक्को वचन कहा सी, दुनिया च बड़े बंगले वेखे होने पर इक्को ही बंगला है, तो जिथे गुरु हरकृष्ण पातशाह बैठे अज बंगला भी बंगला साहिब। आखो सतनाम। कह दिता ना साडा ही बंगला है। प्यार दे वचन सी, रानी दे नेत्रां चों अथरू आ गए। जड़ियां प्रेम वालियां सी वो रो पईयां। चौकी चंदन की तह तरे, तिस सन मुख निरपने गुर करे। बादशाह ने इशारा किया मर जे चंदन दी चौकी आप जी बैठो। ये बहुता वड्डा पलगा नहीं सी लाया, ये कह लो जिवें तुसीं बैठे हो आ स्टेज तो भी नीवा ला लो, इहनूं चौकी कहंदे बिल्कुल नीवा। ते सतगुर सच्चे पातशाह नूं बैठण वास्ते कहंदा मर्द बैठो ना, जो आसे पासे राणियां बैठणगीਆਂ खूब गल्लां करनगीਆਂ। राणियां नूं किहा होया सी इहो जिहियां गल्लां करियो महाराज भुੱਲ जाण राणी किहड़ी ते नौकरानी किहड़ी है। ਜਿਹੜੀ ਤੇ ਨੌਕਰਾਨੀ ਝਾੜੂ ਪੋਚੇ ਵਾਲੀ ਉਹਨੂੰ ਤੇ ਕਹਿ ਦਿੱਤਾ ਤੂੰ ਗੱਲਾਂ ਕਰਨੀਆਂ ਕਰੋੜਾਂ ਰੁਪਏ ਦੀਆਂ, ਛੋਟੀ ਗੱਲ ਨਹੀਂ ਕਰਨੀ। ਜਿਹੜੀਆਂ ਰਾਣੀਆਂ ਮਹਾਰਾਣੀਆਂ ਨੇ ਉਹ ਤੁਸੀਂ ਗੱਲਾਂ ਕਰਿਓ ਫਟੇ ਪੁਰਾਣੇ ਕੱਪੜਿਆਂ ਦੀਆਂ, ਫਲਾਣੇ ਦੇ ਕੱਪੜੇ ਮੈਂ ਪਾ ਲਏ, ਉਹਦੇ ਕੱਪੜੇ ਉਹਦੇ ਕੋਲ ਲਏ, ਤਾਂ ਜੋ ਗੁਰੂ ਸਾਹਿਬ ਨੂੰ ਭੁਲੇਖਾ ਲੱਗੇ ਵੀ ਇਹਨਾਂ ਚ ਤੇ ਰਾਣੀ ਕੋਈ ਨਹੀਂ ਤੇ ਰਾਣੀਆਂ ਇੱਧਰ ਬੈਠੀਆਂ। ਰੱਬ ਨੂੰ ਭਰਮਾਉਣਾ ਚਾਹੁੰਦੀ ਸੀ, ਗੱਲ ਭਰਮਾਉਣ ਦੀ ਨਹੀਂ ਪਰਖਣ ਦੀ ਸੀ। ਜੇ ਰਾਜਾ ਜੈ ਸਿੰਘ ਸਵਾਈ ਇੱਥੇ ਤੱਕ ਡਿੱਗ ਚੁੱਕੇ ਐ, ਇਹਦੇ ਪਿੱਛੇ ਵੀ ਸ਼ਾਤਰਾਂ ਦਾ ਦਿਮਾਗ ਕੰਮ ਕਰਦਾ। ਉਹਨਾਂ ਵੇਖਿਆ ਧਰਮੀ ਬੜਾ ਸੱਚੀ ਪ੍ਰੀਤ ਕਰਦਾ ਹੈ, ਇਹਦੀ ਪ੍ਰੀਤ ਵਿੱਚ ਫਰਕ ਪਾ ਦਿਓ। ਰਿਤੇ ਠੱਟੀ ਬਿਦ ਅਜ਼ਮਤ ਹੀਰਨ, ਮੁਖ ਤੇ ਬੈਠਨ ਹਿਤ ਕਰ ਪ੍ਰੇਰਨ। ਤੇ ਬਾਦਸ਼ਾਹ ਕਹਿੰਦਾ ਮਰਦ ਬੈਠੋ। ਸਤਿਗੁਰ ਬਹਿ ਗਏ, ਕਹਿੰਦੇ ਭਾਈ ਹੁਣ ਸਾਰੇ ਬਹਿ ਜਾਓ। ਬਿਠਾ ਲਿਆ ਸਾਰਿਆਂ। ਕਹਿੰਦੇ ਸ਼ੁਕਰ ਹੈ 1.5 ਘੰਟੇ ਬਾਅਦ ਬੈਠਣ ਨੂੰ ਗਿਆ। ਹੁਣ ਮਰਦ ਨੇਤਰ ਬੰਦ ਕਰਕੇ ਆਸਾ ਪਾਸਾ ਸੋਚ ਰਹੇ ਨੇ। ਕਹਿੰਦੇ ਰਾਜਨ ਤੂੰ ਸਾਡੀ ਕਰਾਮਾਤ ਵੇਖਦਾ, ਮਾਨੀ ਮਨ ਗੱਲ ਕਰਦੇ, ਤੈਨੂੰ ਹੁਣ ਵਿਖਾਵਾਂਗੇ ਕਰਾਮਾਤ ਕੀ ਹੁੰਦੀ। ਆਖੋ ਸਤਨਾਮ। ਇੰਨਾ ਕੁਝ ਸੋਚ ਕੇ ਸਤਿਗੁਰ ਜੀ ਸੰਘਾਸਣ ਤੋਂ ਉੱਠ ਗਏ। ਉਹ ਸੋਟੀ ਘੁਮਾ ਰਹੇ ਨੇ ਤੇ ਸਾਰੀਆਂ ਸੰਗਤਾਂ ਬੈਠੀਆਂ ਨੇ, ਰਾਣੀਆਂ ਪਟਰਾਣੀਆਂ ਮਹਾਰਾਣੀਆਂ ਸਭ ਬਹਿ ਗਈਆਂ। ਇੱਕ ਬਾਦਸ਼ਾਹੀ ਹੈ ਜਿਹੜਾ ਨਾਲ ਨਾਲ ਤੁਰਿਆ ਫਿਰਦਾ। ਬੜੀ ਦੂਰ ਦੂਰ ਤੱਕ ਸੰਗਤ ਦੇ ਰੂਪ ਵਿੱਚ ਲੋਕ ਬੈਠੇ ਨੇ। ਤਨ ਸੁਮਦਮਾ ਪੰਕਜ ਨੈਣੀ, ਕੀਰ ਨਾਸਕਾ ਕੋਕਿਲ ਬੈਨੀ। ਇਹ ਸਤਿਗੁਰ ਜੀ ਕੀ ਵੇਖਦੇ ਨੇ ਕਵੀ ਜੀ ਦੱਸ ਰਹੇ ਨੇ। ਇੱਥੇ ਔਰਤਾਂ ਦੀ ਉਪਮਾ ਨਹੀਂ ਕੀਤੀ, ਪਰਖ ਦੀ ਗੱਲ ਚੱਲ ਰਹੀ ਹੈ। ਗੁਰੂ ਸਾਹਿਬ ਸੰਘਾਸਣ ਤੋਂ ਉੱਠੇ, ਸੋਟੀ ਰੱਖੀ ਮੋਢੇ ਤੇ। ਕਹਿੰਦੇ ਇੱਕ ਔਰਤ ਕੋਲ ਖੜ ਗਏ ਜਿਹਦੇ ਨੈਣ ਨਕਸ਼ ਬੜੇ ਸੋਹਣੇ। ਕਵੀ ਕਹਿੰਦੇ ਚੰਦਰਮਾ ਵੀ ਜਿਹਨੂੰ ਵੇਖ ਕਰਕੇ ਸ਼ਰਮ ਮੰਨਦਾ ਏ। ਦੁੱਤ ਕਮਨੀ ਸੈਂਕਰੇ ਕਮਨ, ਬੈਠੀ ਦੇਹ ਧਰੇ ਜਨ ਦਮਨ। ਕਹਿੰਦੇ ਜਿਵੇਂ ਬਾਰਿਸ਼ ਹੁੰਦੇ ਬਿਜਲੀ ਲਿਸ਼ਕਦੀ ਹੈ, ਚਮਕ ਪੈਂਦੀ ਹੈ, ਸੋਹਣੀਆਂ ਸੋਹਣੀਆਂ ਨਾਰਾਂ, ਸੋਹਣੀਆਂ ਔਰਤਾਂ। ਜਿੱਧਰ ਮਹਾਰਾਜ ਵੇਖਦੇ ਨੇ ਇੱਕ ਤੋਂ ਇੱਕ ਚੜ੍ਹਦਾ ਚਿਹਰਾ।
कुछ ते सजावट हुंदी है, कुछ बनावट हुंदी है। रब दी दित्ती हुई कुदरत दी जड़ी सुलखणी सूरत हुंदी है ना, उत्थे किसे किसे कोले है ज्यादातर किरपा ब्यूटी पार्लर दी हुंदी है। आखो सतनाम। इत्थे ते पुराने मॉडल भी इदां लगदे जिवें 35 जाली हुई है, पता ही लगदा भी 70-75 दे नेड़े है। ना पता लगे माता है, ना पता लगे बेटी है। हालात की ने समय विच ऐसा समझौता हो गया। वो समय भी सी कहते राणियां महाराणियां सब बैठियां, बिचे नौकरानियां बैठियां। उदों भी फिर ब्यूटी पार्लर सी ना, उदों भी सी राजे महाराजियां कोले। कहते नौकरानियां भी इन्नियां सोहणियां लगन, पता ही ना लगे भी है किहड़ी इन्हां चों राणी, नौकरानी किहड़ी है। कवि जी कहते पूरी योजना बद सी भुलेखा पाउण दी, पूरी योजना। शायद गुरु साहब दी थां कोई होर हुंदा, कवि जी 100 वार कहंदे भुल जांदा भुलेखा खा जांदा। मर्ज वेख रहे ने, कहंदे भाई एक तो एक चढ़दी औरत बैठी है, ध्यान देना उम्र बड़ी छोटी मर्ज दी, पर सोच बड़ी ऊंची ते महान है। वर्ण वर्ण के अंबर बर है, तरन शबीली गन तन धर है। नहीं बचन आखिया, कहंदे बड़ियां नौजवान, बड़े रंग बिरंगे कपड़े। किसी नूं समझ नहीं आउंदी सतगुर क्यों कह रहे ने। 6 साल के बच्चे समझ लो दुनियावी तौर पर, की पता हुंदा है संसारी बच्चियां नूं, पर ये सतगुर सन आप गुरु नानक दी जोत ते परख भी कड्डी वड्डी लगी भी हजारां चों परखना पटरानी कौन है। सतगुर संघासण तो उठ के दूरों ही वेखदे ने भी इत्थे ते सारियां सोहणियां ने, किहनूं परखीए किहनूं आखीए ये राणी है ये नौकरानी है। बस इन्ने ही वचन आख्या, कहते मन गए बादशाह तैनू आखो सतनाम। इन्ने ही वचन आखे, पर गुरु साहब दे वचन किथे समझ आउंदे ने, उते बहुत डूंघे ने, बड़े रहस्यमयी ने। वस्त्र विभूखन मोल बडेरे, पहरे बैठे नार चुफेरे। फिर सतगुर जी उन्हां औरतां दे आसे पासे घुमे, सूटी फड़ी है। बादशाह वेखदा भी लभ की रहे ने। गुरु साहब कहते राजन कपड़े ही बड़े कीमती पाए ने, इस ते देखदे आ भी एक एक दा सूट कितना महंगा होना। आखो सतनाम। बादशाह नूं फिर तसल्ली हो गई भी इन्हां नूं की पता लगना है। वो जिहड़ा बंदा कपड़े वेखदा फिरदा उहनूं की पता राजा कौन है महाराजा कौन, पता उहनूं। ज्यादातर अज साडी सोच सिर्फ सूरतां वेखदी है, सीरतां नहीं। इंसान जद भी परखिया जांदा सीरत तो, कोई सूरतां ते जानवरां दी भी सोहणियां, पशु पंछियां दियां भी सोहणियां हुंदियां ने, पर गुरु साहब सीरत वेख रहे ने। सीरत तो पता लग जाना ना महारानी केड़ी है, नौकरानी केड़ी है, क्योंकि बंदे दा सुभाव उहदे चेहरे तो झलकदा है, पर असीं नहीं परखदे। असीं ते सिर्फ दिखावा वेखदे आ। महाराज ने खूब उत्थे दिखावे दी गल कीती, कहंदे कपड़े बड़े महंगे पाए, बड़े सोहने सोहने हार पाए हुए, बड़ा खर्चा कीता है। मुक्ता लरे सो हीर नजरे, जामी कर सुंदर बहु करे। हुण सतगुर जी चल के एक उस औरत कोल आए जिहड़ी देखण नूं लगदी है शायद बादशाह दी राणी है। राणी नहीं सी पर उसी सेवादार, ਲੱਖਾਂ ਕਰੋੜਾਂ ਦਾ ਉਹਨੇ ਗਹਿਣਿਆਂ ਦਾ ਸ਼ਿੰਗਾਰ ਕੀਤਾ ਹੋਇਆ ਹੈ। ਇੱਥੇ ਕਿਹੜਾ ਪਤਾ ਲੱਗਦਾ ਗਰੀਬ ਕੌਣ ਆ ਅਮੀਰ ਕੌਣ ਆ। ਲੋਕੀ ਤੇ ਕੱਪੜੇ ਵੇਖ ਕੇ ਅਮੀਰ ਤੇ ਕੱਪੜੇ ਵੇਖ ਕੇ ਗਰੀਬ ਬਣਾ ਲੈਂਦੇ। ਸਤਿਗੁਰੂ ਜੀ ਕੋਲ ਖੜੇ ਵੇਖ ਰਹੇ, ਉਹਨੇ ਇੰਨੇ ਕੀਮਤੀ ਗਹਿਣੇ ਪਾਏ, ਦੁਨੀਆ ਦੀ ਹਰ ਅੱਖ ਭੁਲੇਖਾ ਖਾ ਜਾਏਗੀ। ਬਿਨਾ ਪਟੰਬਰ ਤੇ ਨਾ ਕੋਈ, ਬਿਨਾ ਜਰਾਉ ਨਾ ਭੂਖਨ ਹੋਈ। ਸਤਿਗੁਰੂ ਜੀ ਗੁਰਬਖਸ਼ ਮਸੰਦ ਕੋਲ ਆ ਕੇ ਕਹਿੰਦੇ ਭਾਈ ਸਿੱਖਾ, ਇੱਥੇ ਤੇ ਸਾਰਿਆਂ ਦਾ ਪਹਿਰਾਵਾ ਇੱਕ ਹੈ, ਪਰਖਿਆ ਹੀ ਨਹੀਂ ਜਾਂਦਾ ਕਿਹੜਾ ਸਾਧ ਆ ਤੇ ਕਿਹੜਾ ਚੋਰ ਆ। ਆਖੋ ਸਤਨਾਮ। ਗੁਰੂ ਸਾਹਿਬ ਜੀ ਆ ਕੇ ਇੰਨਾ ਵਚਨ ਕੋਲ ਕਹਿ ਕੇ ਤੇ ਫੇਰ ਆ ਗਏ ਉਸੇ ਔਰਤ ਕੋਲ ਖੜੇ ਸੀ। ਉਹ ਸੇਵਾਦਾਰ ਦੀ ਮਰਦ ਨੇ ਸਿਰ ਤੇ ਰੱਖੀ ਸੋਟੀ ਚੁੱਕ ਲਈ, ਕੋਈ ਬੋਲ ਨਾ ਬੋਲੇ। ਵਸਤਰ ਵਿਭੂਖਨ ਵਿਖੈ ਸਮਾਨ, ਬਨ ਬੈਠੇ ਰਣਵਾਸ ਮਹਾਨ। ਸਿਰ ਤੋਂ ਸੋਟੀ ਚੁੱਕ ਕੇ ਸਤਿਗੁਰ ਕਹਿੰਦੇ ਰਾਣੀਆਂ ਦੇ ਥਾਂ ਤੇ ਰਾਣੀਆਂ ਹੀ ਨਹੀਂ ਹਨ। ਆਖੋ ਸਤਨਾਮ। ਰਾਣੀਆਂ ਦੇ ਰਾਹ ਤੇ ਰਾਣੀਆਂ ਨਹੀਂ। ਪਰ ਇੱਥੇ ਵੀ ਆ ਕੇ ਕਿਸੇ ਨੂੰ ਸਤਿਗੁਰਾਂ ਦਾ ਬੋਲ ਬਹੁਤਾ ਸਮਝ ਜਾਣਾ ਆਇਆ, ਕਿਉਂਕਿ ਮਰਦ ਅੰਦਰ ਦੀਆਂ ਗੱਲਾਂ ਕਰਦੇ ਨੇ। ਬਾਦਸ਼ਾਹ ਨੂੰ ਇਹ ਹੈ ਵੀ ਸ਼ਾਇਦ ਕਿਤੇ ਮਰਦ ਨੂੰ ਪਤਾ ਹੀ ਨਹੀਂ ਵੀ ਮੈਂ ਪਰਖਦਾ, ਪਰ ਗੁਰੂ ਸਾਹਿਬ ਤੇ ਸਮਝੀ ਫਿਰਦੇ ਸੀ। ਉਹਨਾਂ ਨੂੰ ਤੇ ਪਤਾ ਸੀ ਵੀ ਬਾਦਸ਼ਾਹ ਸਾਡੇ ਤੇ ਕਸਵੱਟੀ ਲਾਉਂਦਾ, ਉਹ ਸਾਨੂੰ ਪਰਖਣ ਲੱਗਿਆ ਹੋਇਆ ਹੈ।
ਇਸੇ ਕਰਕੇ ਸਤਿਗੁਰ ਸਿੱਧੀ ਗੱਲ ਕਰਦੇ ਸੀ ਤੇ ਬਾਦਸ਼ਾਹ ਨੂੰ ਸਿੱਧੀ ਸਮਝ ਨਹੀਂ ਆਉਂਦੀ ਸੀ। ਉਹਦੇ ਅੰਦਰ ਬੇਈਮਾਨਾ ਸੀ ਵੀ ਜੇ ਮੈਂ ਗੱਲ ਸਮਝ ਗਿਆ ਤੇ ਇਹਨਾਂ ਨੂੰ ਨਾ ਪਤਾ ਲੱਗ ਜੇ ਵੀ ਸਾਡੇ ਨਾਲ ਛਲ ਕਪਟ ਕਰਦਾ ਹੈ। ਕਹਿੰਦੇ ਬੜੀ ਦੇਰ ਤੱਕ ਸਤਿਗੁਰਾਂ ਨੇ ਇਹਨਾਂ ਦਾ ਸਮਾਂ ਖਰਾਬ ਕੀਤਾ। ਪਹਿਲਾਂ 3-4 ਘੰਟੇ ਉੱਥੇ ਕੀਤੇ, ਦਰਵਾਜ਼ੇ ਤੇ ਖੜਾ ਹੈ। ਸ਼ਾਮ ਦਾ ਵੇੜਾ ਹੋ ਗਿਆ। ਸਰਬ ਸ਼ਿਰੋਮਨ ਸੁਟ ਪਟਰਾਨੀ ਮਲਿਨ ਬੇਸ ਕਰ ਇੱਛਾ ਠਾਨੀ। ਬੈਠੇ ਬੈਠੇ ਸਤਿਗੁਰਾਂ ਨੇ ਨਜ਼ਰ ਭਰੀ, ਜਿਵੇਂ ਤੁਸੀਂ ਬੈਠੇ ਹੋ, ਤੁਹਾਡੇ ਬਿਲਕੁਲ ਕਾਰਨਰ ਵਿੱਚ ਪਿੱਛੇ ਕੋਈ ਔਰਤ ਬੈਠੀ ਹੋਵੇ। ਇਸੇ ਤਰ੍ਹਾਂ ਗੁਰੂ ਸਾਹਿਬ ਨਜ਼ਰ ਭਰ ਕੇ ਬੜੀ ਦੂਰ ਵੇਖ ਰਹੇ ਨੇ। ਸਮਝ ਲਿਆ ਦਰਵਾਜ਼ੇ ਦੇ ਕਾਰਨਰ ਵਿੱਚ ਫਟੇ ਪੁਰਾਣੇ ਮੈਲੇ ਕੁਚੈਲੇ ਕੱਪੜੇ ਪਾ ਕੇ ਤੇ ਪਟਰਾਣੀ ਬੈਠੀ ਸੀ। ਆਖੋ ਸਤਨਾਮ। ਉਹਨੇ ਨੇਤਰ ਨੀਵੇਂ ਕੀਤੇ ਹੋਏ, ਮੰਗਤੀ ਬਣੀ ਬੈਠੀ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਨਜ਼ਰ ਭਰ ਕੇ ਉਹਦੇ ਵੱਲ ਵੇਖ ਲਿਆ, ਪਰ ਕੁਝ ਬੋਲੇ ਨਾ। ਸਰਬ ਗਿਆਤ ਔਰ ਜੇ ਗੁਰ ਸੁਆਮੀ ਸਭ ਘਟ ਘਟ ਕੇ ਅੰਤਰ ਜਾਮੀ। ਕਹਿੰਦੇ ਚੱਲ ਕੇ ਸਤਿਗੁਰੂ ਉਸ ਪਟਰਾਣੀ ਕੋਲ ਆ ਕੇ, ਜਿਹੜੀ ਨੌਕਰਾਨੀ ਬਣੀ ਬੈਠੀ ਸੀ, ਬਾਦਸ਼ਾਹ ਨੂੰ ਖਤਰਾ ਹੋ ਗਿਆ। ਕਹਿੰਦੇ ਤਾਂ ਬੜੀ ਛੇਤੀ ਪਹੁੰਚ ਗਏ, ਦੱਸ ਦੇਣਗੇ। ਇੱਥੇ ਆ ਕੇ ਸਤਿਗੁਰੂ ਜੀ ਹੋਰ ਵਚਨ ਕਰਨ ਲੱਗ ਪਏ। ਕਹਿੰਦੇ ਰਾਜਨ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਸੱਚ ਕੀ ਹੈ, ਝੂਠ ਕੀ ਹੈ, ਅਸਲ ਕੀ ਹੈ, ਨਕਲ ਕੀ ਹੈ। ਗੱਲਾਂ ਕਰਦੇ ਕਰਦੇ ਫੇਰ ਉਧਰ ਆ ਗਏ। ਬਾਦਸ਼ਾਹ ਕਹਿੰਦਾ ਸ਼ੁਕਰ ਹੈ ਬਾਲ ਬਾਲ ਬਚੇ। ਆਖੋ ਸਤਨਾਮ। ਕੋਲੋਂ ਹੀ ਮੁੜ ਗਏ। ਜੇ ਅੰਦਾਜ਼ੇ ਨਾਲ ਗੁਰੂ ਸਾਹਿਬ ਕਹਿ ਦਿੰਦੇ ਫਿਰ ਤੇ ਮੇਰੀ ਸ਼ਰਤ ਤਾਂ ਬਣਨੀ ਸੀ ਨਾ ਵੀ ਮਰਜ ਅੰਤਰਜਾਮੀ ਨੇ। ਕਹਿੰਦਾ ਲੈ ਗੁਰੂ ਨੂੰ ਪਤਾ ਹੀ ਨਹੀਂ ਲੱਗਿਆ, ਕੋਲ ਦੀ ਲੰਘ ਗਏ। ਉਛੰਗ ਮਮ ਬੈਠ ਹੈ ਆਈ ਬਿਖ ਅਜ਼ਮਤ ਮੈਂ ਪਰੇ ਹੋ ਪਾਈ। ਇੰਨਾ ਕੁ ਵਚਨ ਸਤਿਗੁਰਾਂ ਨੇ ਬਾਦਸ਼ਾਹ ਦੇ ਕੋਲ ਕਹਿਤਾ, ਤੇਰੀ ਪਟਰਾਣੀ ਕਹਿੰਦੀ ਹੈ ਗੁਰੂ ਸਾਹਿਬ ਮੇਰੀ ਗੋਦ ਵਿੱਚ ਬਹਿ ਜਾਣ। ਆਖੋ ਸਤਨਾਮ। ਹਿੱਲ ਗਿਆ ਸੁਣ ਕੇ ਵੀ ਇਹ ਮਰਦ ਨੇ ਕਿਵੇਂ ਕਹਿਤਾ, ਏਦਾਂ ਕਿੱਦਾਂ ਪਤਾ ਲੱਗ ਗਿਆ। ਪਰ ਫਿਰ ਸੋਚਦਾ, ਕਹਿੰਦਾ ਐਵੇਂ ਸਤਿਗੁਰਾਂ ਅੰਦਾਜ਼ਾ ਤੇ ਹੀ ਲਾਉਂਦੇ ਨਹੀਂ ਕੋਈ। ਜੇ ਗੱਲ ਹੁੰਦੀ ਤੇ ਬਹਿ ਨਾ ਜਾਂਦੇ, ਕੋਲੋਂ ਮੁੜ ਆਏ। ਪਰ ਸਤਿਗੁਰ ਤੇ ਭਰਮਾ ਰਹੇ ਸੀ ਬਾਦਸ਼ਾਹ, ਆਪਣੀ ਕੱਚੀ ਸ਼ਰਤਾਂ ਨੂੰ ਹੋਰ ਪੱਕੀਆਂ ਬਣਾ ਲਾ ਵੀ ਗੁਰੂ ਨੂੰ ਪਤਾ ਹੀ ਕੁਛ ਨਹੀਂ। ਉਲਝਦਾ ਨਾ, ਮਰਦ ਨੇ ਹੋਰ ਉਲਝਾਇਆ ਏ। ਕਰੇ ਮਨੋਰਥ ਅਸ ਮਨ ਲੋਨੇ ਬਿਨ ਆਸਨ ਬੈਠੇ ਵਿੱਚ ਕੋਨੇ। ਪਰ ਸਤਿਗੁਰ ਜੀ ਤਰਸ ਦੀ ਨਜ਼ਰ ਨਾਲ ਉਸ ਮਹਾਰਾਣੀ ਵੱਲ ਵੇਖਦੇ ਨੇ। ਉਹ ਤੂੰ ਰਾਣੀਆਂ ਦਾ ਵੇਸ ਪਾਉਣਾ ਸੀ, ਕੀ ਬੜੀ ਬੈਠੀ ਹੈ। ਇੱਥੇ ਨੌਕਰਾਣੀਆਂ ਖੁੱਬੀ ਬੈਠੀਆਂ ਨੇ ਰਾਣੀਆਂ ਬਣ ਕੇ। ਤਰਸ ਵੀ ਆਇਆ, ਪਰ ਮਰਦ ਨੂੰ ਨਾਰਾਜ਼ਗੀ ਵੀ ਹੈ, ਗੁੱਸਾ ਵੀ ਹੈ ਵੀ ਭਲੀਏ ਮਾਨਸੇ ਤੈਨੂੰ ਤੇ ਪਤਾ ਹੈ ਗੁਰੂ ਪੂਰੇ ਨੇ। ਜੇ ਤੂੰ ਦੁਸ਼ਮਣ ਦੀ ਕਤਾਰ ਵਿੱਚ ਬਹਿ ਗਈ ਤੇ ਤੇਰੇ ਤੇ ਰਾਜੇ 'ਚ ਫਰਕ ਕੀ ਆ। ਆਖੋ ਸਤਨਾਮ। ਇਸ ਕਰਕੇ ਨਾਰਾਜ਼ਗੀ ਹੈ। ਕੋਲ ਗਏ ਸੀ ਪਰ ਮੁੜ ਕੇ ਆ ਗਏ। ਸ੍ਰੀ ਗੁਰ ਖੇਲਨ ਹੇਤ ਖਿਲਾਉਨੇ ਅਸ ਕਰਵਾਏ ਰਖੇ ਢਿਗ ਤੌਨੇ। ਉਸ ਪਟਰਾਣੀ ਨੇ ਬੜੀ ਦੂਰੀ ਤੇ ਖਿਡੌਣੇ ਰੱਖੇ ਹੋਏ ਸੀ ਕਿ ਸਤਿਗੁਰ ਖਿਡੌਣਿਆਂ ਨਾਲ ਖੇਡਦੇ ਖੇਡਦੇ ਉੱਧਰ ਚਲੇ ਜਾਣਗੇ, ਮੇਰੇ ਵਾਲੇ ਪਾਸੇ ਨਾ ਹੋਣ, ਤਾਂ ਜੋ ਪਰਖ ਸਕੀਏ ਗੁਰੂ ਅੰਤਰਜਾਮੀ ਹੈ, ਕਰਾਮਾਤਾਂ ਦੇ ਮਾਲਕ ਹਨ ਜਾਂ ਐਵੇਂ ਤੁਰੇ ਫਿਰਦੇ। ਧੱਕੇ ਨਾਲੇ ਗੱਦੀ ਲਈ ਹੋਈ। ਗੁਰੂ ਸਾਹਿਬ ਖਿਡੌਣਿਆਂ ਕੋਲ ਆ ਕੇ ਵੇਖੋ ਅੱਜ ਮਰਦ ਜਿਹੜੇ ਰੰਗ ਵਰਤਾ ਰਹੇ ਨੇ, ਤੁਸੀਂ ਕਦੇ ਨਹੀਂ ਸੁਣੇ ਹੋਣਗੇ। ਬਸ ਏਦਾਂ ਹੀ ਸੁਣਿਆ ਹੁਣ, ਰਾਣੀਆਂ ਪਰਖੀਆਂ ਪਟਰਾਣੀਆਂ ਪਰਖੀਆਂ। ਪਰ ਕਵੀ ਜੀ ਨੇ ਤੇ ਸਮੇਂ ਦਾ ਸੀਨ ਖਿੱਚਿਆ ਹੋਇਆ, ਉੱਥੇ ਹੋ ਕੀ ਰਿਹਾ। ਖਿਡੌਣੇ ਚੁੱਕੇ ਸਤਿਗੁਰਾਂ ਨੇ, ਭੁੰਜੇ ਬੈਠ ਗਏ, ਸਿੰਘਾਸਣ ਤੇ ਨਹੀਂ ਬੈਠੇ, ਖਿਡੌਣਿਆਂ ਨਾਲ ਖੇਡਣ ਲੱਗ ਪਏ। ਜਾਮੇ ਕਰਕੇ ਪੰਜ ਬਣਾਏ ਹੀਰਨ ਮੁਕਤਾ ਬ੍ਰਿੰਦ ਜਰਾਏ। ਉਹਨਾਂ ਖਿਡੌਣਿਆਂ ਕੋਲ ਬਾਦਸ਼ਾਹ ਨੇ ਸੋਨੇ ਤੇ ਚਾਂਦੀ ਦੇ ਗਜਰੇ ਰੱਖੇ ਹੋਏ ਸੀ, ਜਿਨ੍ਹਾਂ ਵਿੱਚ ਹੀਰੇ ਫਿੱਟ ਕੀਤੇ ਸੀ। ਮਹਾਰਾਜ ਨੇ ਚੁੱਕੇ ਹੱਥਾਂ 'ਚ ਪਾ ਲਏ। ਬਾਦਸ਼ਾਹ ਬੜਾ ਖੁਸ਼ ਹੈ, ਸਭ ਖੁਸ਼ ਨੇ, ਵੇਖ ਰਹੇ ਨੇ ਮਹਾਰਾਜ ਖੇਡ ਰਹੇ ਨੇ। ਚਲੋ ਇੱਕ ਤੇ ਸਕੂਨ ਮਿਲਦਾ, ਗੁਰੂ ਸਾਹਿਬ ਸਾਡੇ ਕੋਲ ਬੈਠੇ ਖੇਡਾਂ ਵਰਤਾਉਂਦੇ ਨੇ। ਪਰ ਇਸ ਸਕੂਨ ਦੇ ਪਿੱਛੇ ਇੱਕ ਬੇਈਮਾਨੀ ਸੀ ਵੀ ਅੱਜ ਨਹੀਂ ਗੁਰੂ ਨੂੰ ਪਤਾ ਲੱਗਦਾ, ਕਿਉਂਕਿ ਸ਼ਾਮ ਦਾ ਵੇੜਾ ਹੋ ਗਿਆ। ਪੰਜ ਰਜਤ ਕੇ ਸੁੰਦਰ ਘਰੇ ਜਨ ਕੂਦਤ ਅਸਵਾਰਨ ਤਰੇ। ਅੰਦਰ ਬੈਠੀਆਂ ਰਾਣੀਆਂ, ਨੌਕਰਾਨੀਆਂ ਤੇ ਪਟਰਾਣੀਆਂ ਸਭ ਪਰੇਸ਼ਾਨ ਵੀ 6 ਘੰਟੇ ਹੋ ਗਏ ਅਜੇ ਤੱਕ ਲੱਭਿਆ ਹੀ ਕੋਈ ਨਹੀਂ। ਆਖੋ ਸਤਨਾਮ। ਮਰਜ ਤੇ ਜਾਣ ਬੁੱਝ ਕੇ ਖੇਡਾਂ ਵਰਤਾਉਂਦੇ। ਇਸੇ ਕਰਕੇ ਕਿਹਾ ਜਾਂਦਾ ਜੱਗ ਤੇ 3 ਹੱਟ ਨੇ, ਬਾਲਕ ਰਾਜਾ ਇਸਤਰੀ ਤਿੰਨੋਂ ਹੱਟ ਕੀ ਖਾਨ। ਆਪਣੇ ਹੱਟ ਤੇ ਨਾਟ ਲੈ ਕਹਿ ਸੁਜਾਨ ਵਖਾਨ। ਔਰਤ ਆਪਣੀ ਜਿੱਦ ਤੇ ਆ ਜੇ, ਭਾਵੇਂ ਜਿੱਦ ਜਾਨ ਚਲੀ ਜਾਏ, ਫੈਸਲਾ ਗਲਤ ਤੇ ਗਲਤ ਦੀ ਬਹਿ ਰਿਹਾ। ਰਾਜਾ ਆਪਣੀ ਜਿੱਦ ਤੇ ਹੱਠ ਤੇ ਆ ਜੇ, ਭਾਵੇਂ ਪ੍ਰਜਾ ਸਾਰੀ ਮਰ ਜੇ। ਜੇ ਗੱਲ ਗਲਤ ਹੈ, ਗਲਤ ਨੂੰ ਠੀਕ ਮੰਨਿਆ ਤੇ ਠੀਕ ਹੀ ਜਚਾਉਣੀ ਹੈ। ਜੇ ਬੱਚਾ ਆਪਣੀ ਜਿੱਦ ਤੇ ਆ ਗਿਆ,
जिन्ना मर्जी जोर ला लियो ध्यान भड़काउण दा भी तेनू लैके नहीं देना। आप घूम के फिर उत्थे आखो सतनाम चेता। मर्ज ने जिद कर ली भी तुसी अज सानू परखदे हो, परखना भी असीं तुहानू आ भी कच्चे भजदे किहड़े ने पक्के बहिंदे किहड़े हन। पंच मृतका के करवाए अनक भांत के रंग लगाए। सतगुरु जी कहते राजन कड़ाह प्रसाद बनाया है, बड़े प्यारे फूल कहना मर्ज बनाया। मर्ज कहते लियाओ फिर अज नहीं क्या किसी ने वरताओ, कहते सानू छकाओ। आखो सतनाम। गुरु साहब छक रहे ने, आसे पासे बैठिया राणियां सोच जिवें जिक सानू भी कथा मिल जे। भुख लगी है ना सवेर दी, पर परख रहे ने। देखो तुसी किसी नूं परखोगे कोई ते नुकसान होना ही है, कुछ ते झलना पैना ही है। मर्ज ने थोड़ा प्रसाद छकिया, थोड़ा राजे नूं दिता, कुछ सिखां नूं कहता तुसी छक लो। राणियां पटराणियां वेख रही भी सानू ते पुछया ही नहीं। आखो सतनाम। गुरु साहब आए कड़ा प्रसाद नूं भोग ला के वरताउणा सी, पर आप ही छक लिया। वस्त्रन साथ अछादन करे मिले देहा टिक निज धरे। एक कोल आए सिर ते रखी सोटी, ਉਹ ਵੇਖਣ ਨੂੰ ਲੱਗਦਾ ਸੀ ਰਾਣੀ ਹੋਏਗੀ, ਬੜੀ ਖੂਬਸੂਰਤ ਲੱਗੇ। ਮਰਦ ਕਹਿੰਦੇ ਨਾ ਤੂੰ ਰਾਣੀ ਸੀ, ਨਾ ਹੈ, ਨਾ ਕਦੇ ਬਣ ਸਕਦੀ। ਆਖੋ ਸਤਨਾਮ। ਤੈਨੂੰ ਰਾਣੀ ਹੈ। ਉਹ ਵਿਚਾਰੀ ਆਸਾ ਪਾਸਾ ਵੇਖੀ ਵੀ ਇੱਥੇ ਕਿੱਦਾਂ ਪਤਾ ਲੱਗ ਗਿਆ। ਮੈਂ ਤੇ ਕੱਪੜੇ ਇੰਨੇ ਪਾਏ ਸੀ, ਭੁਲੇਖਾ ਪਾਊ ਯੋਜਨਾ ਵੀ ਪਤਾ ਹੀ ਨਹੀਂ ਲੱਗਣਾ ਕੌਣ ਹੈ। ਇੰਨਾ ਬਚਨ ਕਹਿ ਕੇ ਮਰਦ ਫੇਰ ਬਹਿ ਗਏ। ਕਹਿੰਦੇ ਆ ਤਾਂ ਨਹੀਂ ਰਾਣੀ ਬਾਦਸ਼ਾਹ ਤੇਰੀ। बादशाह ने सिर नीवा कर लिया, ना वो हाँ कहता ना वो ना कहता। क्यों बोले भी, क्यों मन्ने? जे बादशाह नहीं कहता ये रानी नहीं, दा मतलब फिर इतना ही पता लगी जाना रानी है केड़ी नहीं केड़ी नहीं, ये लगूगा ना पता। राजा बड़ा चलाक सी, वो चुप होके बैठे, उन्हें ना ते हाँ पक्ष विच सिर हिलाया ना पक्ष जो क्यों बोले। गुरु साहब कहते ये रानी नहीं भाई, ये ते सेवादार नहीं है। श्री सतगुर जब कीन प्रवेशु समुख बिलोचन करे अशेषु। इंदा वचन कह के सतगुर फिर एक रानी कोल आ गए। कहते तू नौकरानी नहीं, पर तू है पटरानी भी नहीं। आखो सतनाम। तू सिर्फ रानी है। दो वचन हो गए। हुण जेड़ी ओ पटरानी बैठी सी पिछे, ओदे मुंह ढक लिया भी किते सिद्धे इधर ही ना आ जाना। आखो सतनाम। इति अंदाजे लाउंदे नहीं लगदा, अजे तक शर्ता नहीं किसे दी, बस इन्ना ही है भी गैस ते अंदाजा चलदा है कि ओदा किते फेल भी हो जाए। अंदाजे वाली विद्या हमेशा ठोकर खांदी है। अंदाजे वाला बंदा हर थां ते मार खांदा है। राजा भी सोचदा सी मर्ज अंदाजे नाले कही जांदे पता लग गया होना भी ये रानी नहीं जा ये रानी है पटरानी नहीं, यही हो सकता है। पर प्रॉपर किसे कोल पता नहीं भी महाराज किहनूं कहणगे, क्योंकि इन्हां ने विश्वास किया होया सी भी पटरानी ने ते कपड़े बड़े पुराने पाए हुए बैले पुचाले, उत्थे ते मर्द वेख के कह ही नहीं सकते भी ये पटरानी होगी। क्योंकि अज दे समय च बंदा सी किहनूं परखदे आ, जिने ते सोहणे कपड़े पाए प्रेस करके 2-4 ब्रांड पाले सोची दा करोड़पति है, जेड़ा सीधे साधे च पाई फिरे सोची दा बेचारा रोडपति इदां ही होना। पर नहीं, उल्टा काम है। जिन्ना बंदा पैसे वाला होएगा उन्ने सस्ते कपड़े, जिन्ना बेचारा गरीब दा हो उन्ना फुकरपंती दा ब्रांड पाऊगा। आखो सतनाम। दिखावा भी मैं पता नहीं की हाँ। इत्थे कहते रानियां ने देसी जे कपड़े पाए ने, नौकरानियां ने महंगे तो महंगे लहंगे पाए हुए, महंगे तो महंगे, कीमती तो कीमती, 1-1 लाख 1.25 लाख एक रानी दी ड्रेस सी जो उस वेले पाई हुई है। इंदे पर जन सुंदर बनी हर कब लोके बिकसी कनी। सतगुर कहते भाई जेड़े लाल हुंदे गोदड़ियां च शोभा पाउंदे ने, लाल गोदड़ियां च इत्थे किसे नूं नहीं पता लग्या। मर्द ने इशारा करता भी मैले कपड़ियां च ते पटरानी है, सोहणे कपड़ियां च किते रानी ते किते नौकरानी है। पर अजे कहते स्टैंड क्लीयर नहीं सी होया। गुरु साहब घुम रहे ने, कदे किसे नूं कुछ कहंदे किसे नूं कुछ कहंदे, चोज वरताउंदे पर जो दस रहे ने 100% सच है। एक बार सब हिन कर जोरे करी बंदना सब गुर ओरे। हुण सतगुरां नूं सारियां ने नमस्कार कीती, मत्था टेकिया। गुरु साहब कहंदे राजन तू आ भाई संघासण ते बैठ इत्थे। अजे मर्द ने कोई रोसा नहीं कीता, क्योंकि साधु गिले शिकवे नहीं करते हुंदे, ओते बस फरमान सुणाउंदे फरमान।
ਇਹਨਾਂ ਤੇ ਮਰਦ ਨੇ ਗੱਲ ਕਹਿੰਦਾ ਸੀ ਜਿਹੜਾ ਸਾਧੂਆਂ ਨੂੰ ਪਰਖਿਓ ਦੁੱਖ ਪਾਉਂਦਾ ਸੁਖੀ ਨਹੀਂ ਹੁੰਦਾ। ਕਹਿਣਾ ਅੱਜ ਵੀ ਮਰਦ ਨੇ, ਪਰ ਅਜੇ ਤੱਕ ਕਿਸੇ ਨੂੰ ਭੇਦ ਨਹੀਂ ਦਿੱਤਾ। ਤ੍ਰਿਪ ਆਇਸ ਤੇ ਬਾਲ ਪੁਲੀਨ ਨਿਜ ਨਿਜ ਥਲ ਤੇ ਤਰਹੀ ਉਠੀਨ। ਕਹਿੰਦੇ ਉਸ ਵੇਲੇ ਬਾਦਸ਼ਾਹ ਕਹਿੰਦਾ ਆਓ ਭਾਈ ਮਰਦ ਨੂੰ ਮੱਥਾ ਟੇਕੋ। ਕਿਉਂ ਕਿਹਾ ਉਹਨੇ? ਇੱਥੇ ਵੀ ਇੱਕ ਚਲਾਕੀ ਸੀ ਵੀ ਜਦੋਂ ਉੱਠ ਕੇ ਮੱਥਾ ਟੇਕਣਗੀਆਂ ਵਿਖਰ ਜਾਣਗੀਆਂ, ਇੱਕ ਦੂਜੇ ਚ ਰਾਣੀ ਦੀ ਥਾਂ ਨੌਕਰਾਣੀ ਬਹਿ ਜੂ, ਨੌਕਰਾਣੀ ਦੀ ਥਾਂ ਤੇ ਰਾਣੀ ਬਹਿ ਜੂ, ਨਹੀਂ ਪਤਾ ਲੱਗਣਾ। ਸਤਿਗੁਰ ਜੀ ਖੜੇ ਨੇ, ਬਾਦਸ਼ਾਹ ਇੱਕ ਪਾਸੇ ਬੈਠਾ ਹੈ, ਉਹਨੇ ਹੁਕਮ ਕੀਤਾ, ਰਾਣੀਆਂ ਨੇ ਮੱਥਾ ਟੇਕਿਆ, ਭੇਟਾਵਾਂ ਰੱਖੀਆਂ, ਸਭ ਬੇਨਤੀਆਂ ਕਰਦੀਆਂ ਮਹਾਰਾਜ ਸਾਡੇ ਤੇ ਕਿਰਪਾ ਰੱਖਿਓ, ਸਾਡੇ ਤੇ ਕਿਰਪਾ ਰੱਖਿਓ। ਕਹਿੰਦੇ ਸਭ ਦੀ ਬੋਲੀ ਇੱਕ ਸਮਾਨ, ਸਭ ਦੇ ਹਾਵ ਭਾਵ ਇੱਕ ਸਮਾਨ, ਕਿਉਂਕਿ ਮਨੁੱਖ ਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਹੈ ਕਿੱਡਾ ਕੁ ਟੈਲੈਂਟਡ ਹੈ, ਕਿੰਨੇ ਕੁ ਗੁਣਵਾਨ ਹੈ, ਦਿਖਾਵਾ ਤੇ ਨਹੀਂ ਕਰਦਾ। ਕਹਿੰਦੇ ਉਸ ਵੇਲੇ ਨੌਕਰਾਣੀਆਂ ਤੇ ਰਾਣੀਆਂ ਨੇ ਸਭ ਇੱਕ ਤਰ੍ਹਾਂ ਦੇ ਹਾਵ ਭਾਵ ਰੱਖੇ, ਮੱਥਾ ਟੇਕਿਆ। ਸਤਿਗੁਰ ਨੇ ਅਸੀਸ ਬਖਸ਼ੀ ਹੈ। ਕਹਿੰਦੇ ਭਾਈ ਕੋਈ ਗੱਲ ਨਹੀਂ, ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਨਿਮਰਨ ਹੋਏ ਹੇਰਤ ਗੁਰ ਸੂਰਤ ਸੁੰਦਰ ਮ੍ਰਿਦਲ ਮਨੋਹਰ ਮੂਰਤ। ਪਰ ਫੇਰ ਸਤਿਗੁਰ ਸੱਚੇ ਪਾਤਸ਼ਾਹ ਉੱਠ ਕੇ ਆ ਕੇ ਕਹਿੰਦੇ ਰਾਜਨ ਆ ਤੇਰੀ ਰਾਣੀ ਨਹੀਂ, ਆ ਤੇਰੀ ਪਟਰਾਣੀ ਨਹੀਂ, ਆ ਤੇਰੀ ਨੌਕਰਾਣੀ ਹੈ ਭਾਈ। ਹੁਣ ਤੇ ਸਤਿਗੁਰਾਂ ਨੇ 150-200 ਦੇ ਸਿਰ ਤੇ ਸੋਟੀ ਰੱਖ ਕੇ ਕਹਿਤਾ ਇਹਨਾਂ ਸਾਰਿਆਂ ਚ ਤੇਰੀ ਪਟਰਾਣੀ ਕੋਈ ਨਹੀਂ। ਆਖੋ ਸਤਨਾਮ। ਘੱਟੋ ਘੱਟ 300 ਤੁਸੀਂ ਉੱਥੇ 300 ਇੰਨੀਆਂ ਚ ਪਰਖਿਆ ਜਾਂਦਾ ਹੈ। ਇੰਨੀਆਂ ਚ ਇੱਕ ਜਾਣ ਪਛਾਣ ਦਾ ਬੰਦਾ ਬੈਠਾ ਹੋਵੇ ਉਹਦਾ ਨਹੀਂ ਪਤਾ ਲੱਗਦਾ ਵੀ ਕਿੱਥੇ ਬੈਠਾ ਹੈ। ਫਿਰ ਇੰਨਿਆਂ ਚੋਂ ਮਹਾਰਾਣੀ ਪਟਰਾਣੀ ਲੱਭਣੀ। ਪਟਰਾਣੀ ਕੌਣ ਹੈ? ਬਾਦਸ਼ਾਹ ਦੀ ਖਾਸ ਰਾਣੀ ਜਿਹਦੇ ਨਾਲ ਉਹ ਪ੍ਰੇਮ ਕਰਦਾ ਹੈ। ਬਾਕੀ ਰਾਣੀਆਂ ਸਾਰੀਆਂ, ਇੱਕ ਪਟਰਾਣੀ ਹੈ ਜਿਹਦੇ ਸਿਰ ਤੇ ਤਾਜ ਹੁੰਦਾ ਹੈ, ਪਰ ਉਹ ਤਾਜ ਅੱਜ ਕਿਸੇ ਦੇ ਸਿਰ ਤੇ ਦਿਖਦਾ ਨਹੀਂ। ਉਹੋ ਜਿਹੇ ਤਾਜ ਕਈਆਂ ਦੇ ਸਿਰ ਤੇ ਰੱਖੇ ਨੇ। ਬਸ ਹੁਣ ਕਸਬੱਟੀ ਬਿਲਕੁਲ ਨੇੜੇ ਹੈ। ਸਤਿਗੁਰ ਜੀ ਆਪ ਉੱਠ ਕੇ ਜਾਂਦੇ ਨੇ, ਕੱਲੇ ਕੱਲੇ ਦੇ ਸਿਰ ਤੇ ਸੋਟੀ ਰੱਖ ਦਿੰਦੇ, ਕਹਿੰਦੇ ਇਹ ਵੀ ਰਾਣੀ, ਇਹ ਵੀ ਪਟਰਾਣੀ ਨਹੀਂ। ਬਾਦਸ਼ਾਹ ਨੂੰ ਕੁਝ ਹੱਦ ਤੱਕ ਭਰੋਸਾ ਹੋ ਗਿਆ ਵੀ ਮਹਾਰਾਜ ਬਿਲਕੁਲ ਨੇੜੇ ਨੇ, ਪਰ ਫੇਰ ਸੋਚਦਾ ਔਰੰਗਜ਼ੇਬ ਦੀ ਗੱਲ, ਕਹਿੰਦਾ ਨਹੀਂ ਇਹ ਤੇ ਚਾਹ ਕੇ ਵੀ ਨਹੀਂ ਪਤਾ ਕਰ ਸਕਦੇ ਵੀ ਇਹਨਾਂ ਚੋਂ ਮਹਾਰਾਣੀ ਕਿਹੜੀ ਹੈ, ਕਿਉਂਕਿ ਉਹਦਾ ਲਿਬਾਸ ਵੇਖ ਕੇ ਤੇ ਕੋਈ ਨਹੀਂ ਕਹਿ ਸਕਦਾ ਵੀ ਰਾਜੇ ਮਹਾਰਾਜੇ ਕਦੇ ਇਹੋ ਜਿਹੇ ਕੱਪੜੇ ਪਾਉਂਦੇ, ਕਦੇ ਵੀ ਨਹੀਂ। ਮਰ ਜਾਣਗੇ ਜਿਵੇਂ ਸ਼ੇਰ ਮਰ ਜੂ ਪਰ ਘਾਹ ਨਹੀਂ ਖਾਂਦਾ ਬਾਤ ਛੱਡ ਕੇ, ਰਾਜੇ ਮਹਾਰਾਜੇ ਭੁੱਖੇ ਮਰ ਜਾਣਗੇ ਪਰ ਦੁਨਿਆਵੀ ਲੋਕਾਂ ਵਰਗੇ ਕੱਪੜੇ ਨਹੀਂ ਪਾਉਣਗੇ, ਆਮ ਨਹੀਂ ਬਣਨਗੇ। ਪਰ ਇੱਥੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਜਿਹੜੇ ਬੋਲ ਆਖਣੇ ਨੇ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਜੋ ਕੁਝ ਵੀ ਹੋਣਾ ਸਮਾਂ ਸਮਾਪਤ ਹੈ, ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ। ਇਹਨਾਂ ਨੇ ਗੁਰੂ ਦੀ ਪਰਖ ਕੀਤੀ, ਕਸਵੱਟੀ ਲਾਈ, ਕਸਵੱਟੀ ਲਾਉਣ ਚ ਕੀ ਫਾਇਦੇ ਤੇ ਕੀ ਨੁਕਸਾਨ ਹੋਏ, ਕੱਲ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ
ਸਮਾਪਤੀ ਗੁਰਮਤਿ ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਨਿਮਰਦ ਹੋਏ ਹੇਰਤ ਗੁਰ ਸੂਰਤ ਸੁੰਦਰ ਮ੍ਰਿਦੁਲ ਮਨੋਹਰ ਮੂਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕਉ ਛਾੜ ਕੇ ਬਿਹੁ ਤੁਹਾਰੋ ਦੁਆਰ। ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ